ਪਤਤ ਉਦਾਰਿਆ। ਤੁਝ ਬਿਨ ਨਾਹੀ ਕੋਇ ਬਿਨੋ ਮੋਹਿ ਸਾਰਿਆ। ਕਰ ਗਲਿਓ ਦਿਆਲ सागर संसारया। हम मैले तुम उज्जल करते, हम निर्गुण तुम दाता। हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। निको ठाकुर देसा, तुम सब साजे साज निवाजे। जियो पिंड दे प्राणा, निर्गुण यारे गुण नहीं कोई। तुम जानते हो मेहरबाना, तुम करो भला हम भलो न जान है। तुम सदा सदा दयाला, तुम सुखदाई पुरख विधाते। तुम राखो अपने पाला, तुम निधान अटल सुल्तान। जी जन सब जाचै, कहो नानक हम यह हवाला। राग संतन कै पाछै, फिरत फिरत प्रभ आया। परया तो सरनाए, नानक की प्रभ बेनती। अपनी भगति लाए, दरमादे ठाडे दरबार। तुर बिन सुरत करे गो मेरी, दर्शन दीजै खोल द्वार। तुम तन तनि उदार त्यागी, श्रवण सुन सुजस तुमार। मांगो काहे रंग सब देखो, तुम ही ते मेरो निस्तार। जय देव नामा बिप सुदामा, तिनको कृपा पई है अपार। कह कबीर तुम समर्थ दाते, चार पदार्थ देत ना पार। तो आया दूरों चल के, मैं तकी तो सरनाए जियो। मैं आशा रखी चित में, मेरा सबो दुख रुआए जियो। जहाँ मैं अमृत ज्ञान है, मानुख भगत बैराग। गुरु ग्रंथ साहिब उदद, बंदों कर अनुराग। जहाँ मैं अमृत ज्ञान है, मानुख भगत बैराग। श्री गुरु ग्रंथ साहिब उदद, बंदों कर अनुराग। सोरठ महला पंजवा, घर दूजा चौप दे। इक ओंकार सतगुर प्रसाद। एक पिता एक सके हम बारक, तू मेरा गुरहाई। सुन मीता जियो हमारा बल बल जासी। हर दर्शन देहो दिखाई। एक पिता एक सके हम बारक, तू मेरा गुरहाई। सुन मीता जियो हमारा बल बल जासी। हर दर्शन देहो दिखाई। सुन मीता धूरी कौ बल जाई। एहो मन तेरा भाई रहाओ। पाव मलोवा मल मल धोवा। एहो मन तै कुदेसा। सुन मीता हो तेरी सरनाई आया। प्रभ मिलो देहो उपदेसा। मान ना कीजै स्वर्ण परीजै। करै सो भला मनाइयै। सुन मीता जियो पिंड सब तन अर्पीजै। इਉਂ दर्शन हर जियो पाइयै। भयो अनुग्रह प्रसाद संतन कै। हर नामा है मीठा। जन नानक को गुर कृपा धारी। सब अकुल निरंजन डीठा। भयो अनुग्रह प्रसाद संतन कै। हर नामा है मीठा। जन नानक को गुर कृपा धारी। सब अकुल निरंजन डीठा। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਆਗ ਮਜਨ ਸੰਗ ਸਾਧੂਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜਿਓ ਨਵਾਜੀ ਪਰਮ ਪੂਜ ਸਨਮਾਨਯੋਗ ਗੁਰ ਖਾਲਸਾ ਸਾਧ ਸੰਗਤ ਜੀਓ, ਬੜਾ ਸੁਭਾਗ ਪ੍ਰਾਪਤ ਹੈ। ਪਰ ਇੱਕ ਲੋੜੀ ਦੀ ਬੇਨਤੀ ਹੈ, ਪਹਿਰੇਦਾਰ ਸੇਵਾ ਕਰੋ। ਸੰਗਤਾਂ ਵੇਖੋ ਕਿਹੋ ਜਿਹਾ ਮੌਸਮ ਹੈ, ਠੰਡ ਹੈ, ਧੁੰਦ ਹੈ। ਪ੍ਰੇਮ ਨਾਲ ਪੂਜੀਆਂ ਬੱਚੇ ਬੜਾ ਰੌਲਾ ਪਾ ਰਹੇ ਹੈ। ਬੀਬੀਓ ਭੈਣੋ, ਬੱਚੇ ਰੌਲਾ ਪਾਉਣ ਵਾਸਤੇ ਲਿਆਂਦੇ ਆ। ਇੰਨੀ ਆਵਾਜ਼ ਹੋ ਰਹੀ ਹੈ, ਕੰਟਰੋਲ ਕਿਉਂ ਨਹੀਂ ਕਰਦੀ ਆ? ਸੇਵਾਦਾਰ ਆਓ, 2-3 ਕੰਟਰੋਲ ਕਰੋ। ਉੱਚੀ ਆਵਾਜ਼ ਨਾਲ ਰੌਲਾ ਪਾ ਰਹੇ ਜਿਵੇਂ ਘਰਾਂ ਚ ਪਾਈਦੇ ਆ, ਜਿਵੇਂ ਮਾਣੇ ਤੇ ਕੋਈ ਚਿੜੀਆਂ ਡਾਂਦਾ ਪੰਛੀ। ਕਿਉਂ ਕਰਦੀਆਂ ਵੀ ਇਹੋ ਜਿਹਾ ਕੰਮ? ਇੱਥੇ ਬੱਚਿਆਂ ਦਾ ਰੌਲਾ ਪਵਾ ਕੇ, ਇਹ ਤਾਂ ਰੌਲਾ ਰੱਪਾ ਨਿਵਰਤ ਕਰਨ ਵਾਲਾ ਸਥਾਨ ਹੈ। ਫਿਰ ਕੀ ਕਰੂਗਾ? ਆਪਾਂ ਅਰਦਾਸ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਸੁਖ ਸ਼ਾਂਤੀ ਬਰਸੇ, ਰੌਲੇ ਤੋਂ ਬਚਾਈ, ਅਰਦਾਸਾਂ ਕਰਦੇ हैं। ਪਰ ਇੰਨੀ ਲਾਪਰਵਾਹ ਹੋ ਕੇ ਹਾਲੇ ਪੁੱਜੇ ਨਹੀਂ ਸੇਵਾਦਾਰ। ਇਹਨਾਂ ਨੂੰ ਜਿਹੜੇ ਬੱਚੇ ਰੌਲਾ ਪਾਉਂਦੇ, ਲੰਗਰ ਵਿੱਚ ਲੈ ਜਾਓ। ਇੱਥੇ ਨਾ ਨੇੜੇ ਤੇੜੇ ਖੜ੍ਹਨ ਤਾਂ ਬੀਬੀਆਂ ਨੂੰ ਲੈ ਜਾਓ। ਜਿਹਨਾਂ ਦੇ ਬੱਚੇ ਹੈ ਨਾ, ਲੰਗਰ ਵਿੱਚ ਲੈ ਜਾਓ, ਪਰਾਂ ਬਿਠਾਓ, ਕੰਟਰੋਲ ਕਰੋ। ਇੰਨੀ ਸੰਗਤਾਂ ਪ੍ਰੇਮ ਸਰਦਾ ਨਾਲ ਬੜੇ ਨਿਤਨੇਮੀ ਹੈ, ਗੁਰਮੁਖ ਹੈ, ਅੰਮ੍ਰਿਤਧਾਰੀ ਹੈ, ਰੱਬ ਦੇ ਪਿਆਰੇ ਹੈ, ਸ਼ਰਧਾਲੂ ਹੈ। ਉਹਨਾਂ ਵਿੱਚ ਆਵਾਜ਼ ਕਰਨੀ, ਹਰ ਜਸ ਕਰਤੇ ਬਾਤ ਤਨਖਾਹੀਆ ਨਾ ਬਣੋ। ਆਏ ਆਪਾਂ ਪੁੰਨ ਖੱਟਣ, ਲਾਭ ਲੈਣ, ਪਰ ਉਲਟਾ ਕੰਮ ਨਾ ਕਰੋ। ਮਿਹਰਬਾਨੀ ਕਰੋ ਭੈਣ ਬੀਬੀਓ, ਕਰੋ ਬੱਚਿਆਂ ਤੇ ਪਰਾਂ ਲੈ ਜਾਓ। ਇਹ ਨਹੀਂ ਪਹਿਰੇਦਾਰ ਆਣ ਕੇ ਹਟਾਉਣਗੇ, ਤੁਸੀਂ ਆਪ ਖੁਦ ਆਪਣੇ ਬੱਚਿਆਂ ਦਾ ਪਹਿਰਾ ਦਿਓ। ਰਹੋ ਚਾਰ ਸਮਤ ਬਖਸ਼ੇ ਸਾਨੂੰ, ਬੱਲੇ ਬੱਲੇ। ਇਹ ਜੇ ਮਹਾਨ ਪੁਰਖਾਂ ਦੀ ਆਪਾਂ ਸੰਗਤ ਕਰਦੇ ਰਹੇ, ਉਹ ਇੱਥੇ ਆਵਾਜ਼ ਹੋਵੇ, ਉਹ ਸੋਧ ਦੀ ਗੱਲ ਹੈ। ਬੀਬੀਆਂ ਭੈਣਾਂ ਕੰਟਰੋਲ ਨਹੀਂ ਕਰਦਾ। ਕੋਈ ਅੜਵੇ ਬੱਚਾ, ਉਹਨੂੰ ਸੰਭਾਲ ਕੇ ਆਓ, ਇੱਥੇ ਨਾ ਲਿਆਓ। ਬੇਨਤੀ ਪ੍ਰਵਾਨ ਕਰੋ। ਸੱਚੇ ਪਾਤਸ਼ਾਹ ਨਿਰਗੁਣ ਸਾਰਾ ਰੂਪ ਧਾਰ ਕੇ ਸਾਡੀ ਜੀਆਂ ਦੀ ਕਲਿਆਣ ਕਰਨ ਵਾਸਤੇ ਗੁਰੂ ਦਾ ਬਾਗ ਮੰਜੀ ਸਾਹਿਬ ਸਬਾਏ ਹਨ। ਪੰਜਵੇਂ ਪਾਤਸ਼ਾਹ ਤਾਰ ਕਾ ਮੰਡਲ ਜਨਕ ਮੋਤੀ। ਜਿਵੇਂ ਚੰਦਰਮਾ ਨੂੰ ਪਰਿਵਾਰ ਪਿਆ ਹੁੰਦਾ, ਬੜੇ ਬੜੇ ਕਾਰਨੀਆਂ ਵਾਲੇ, ਬੜੇ ਬੜੇ ਕਮਾਈਆਂ ਵਾਲੇ ਸਸੋਭਤ ਹਨ। ਮਹਾਰਾਜ ਸੱਚੇ ਪਾਤਸ਼ਾਹ ਚੰਦਰਮਾ ਵਾਂਗ ਪ੍ਰਕਾਸ਼ ਕਰ ਰਹੇ ਹਨ। ਚੰਦਰਮਾ ਜਿਵੇਂ ਤਪ ਸਮੇਟਦਾ ਹੈ, ਸੂਰਜ ਦੀ ਕਿਰਨਾਂ ਤਿੱਖੀਆਂ ਦੀ ਗੁਰਬਾਣੀ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਐਸੀ ਗੁਰਬਾਣੀ ਦੀਆਂ ਕਿਰਨਾਂ ਉਪਦੇਸ਼ ਰਾਹੀਂ ਸ਼ੀਤਲ ਠਾਠ ਗੜਾ ਵਰਤਾ ਰਹੇ, ਠੰਡ ਵਰਤਾ ਰਹੇ ਹਨ। ਜਿਵੇਂ ਸਾਰੀ ਰਾਤ ਚੰਦਰਮਾ ਨੂੰ ਚਕੋਰਾਂ ਦੇਖਦੀਆਂ, ਸਮਝਦੇ ਇੱਕ ਰਸ ਨੇਤਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਿਹਰੇ ਤੇ ਲਗ ਭਾਗਾਂ ਭਰਾ ਚਿਹਰਾ ਹੈ। ਬਹੁਤ ਵਿਸ਼ਾਲ ਚਿਹਰਾ, ਬਹੁਤ ਭਾਗਾਂ ਭਰਿਆ ਚਿਹਰਾ। ਦਰਸ਼ਨ ਕਰਕੇ ਨਿਹਾਲ ਹੋ ਰਹੀਆਂ। ਅੱਜ ਮਾਘ ਦੇ ਮਹੀਨੇ ਦੀ ਸੰਗਰਾਂਦ ਹੈ, ਨਾਲੇ ਮਹਾਨ ਬਹੁਤ ਵੱਡਾ 40 ਮੁਕਤਿਆਂ ਦਾ ਸਿੱਧੀ ਗੁਰਪੁਰਬ ਹੈ। ਭਾਵੇਂ ਇਹ ਜੰਗ 21 ਵਿਸਾਖ ਨੂੰ ਹੋਈ ਹੈ, ਪਰ ਪਾਣੀ ਦੀ ਘਾਟ ਹੋਣ ਤੋਂ 10ਵੇਂ ਪਾਤਸ਼ਾਹ
ਕਲਗੀਧਰ ਸ਼ਹਿਨशाह पिता जी ने आपे ਅੱਜ ਦੇ ਦਿਨ ਇਹਦਾ ਮਹਾਤਮ ਰੱਖਿਆ ਹੈ ਮਨਾਉਣ ਦਾ। ਸੱਚੇ ਪਾਤਸ਼ਾਹ ਸਿੱਖਿਆ ਦੇ ਰਹੇ ਸਾਨੂੰ, ਮਾਘ ਮੱਜਣ ਸੰਗ ਸਾਧਵਾ ਧੋੜੀ ਕਰ ਸਨਾਨ। ਮਾਘ ਮੱਜਣ ਹੁੰਦਾ ਪੁਰਬ, ਬੜਾ ਮਹਾਨ ਪੁਰਬ ਹੈ। ਮਾਘ ਦੇ ਵਿੱਚ ਮਹਾਰਾਜ ਦੇ ਪਾਤਸ਼ਾਹ ਜਿਵੇਂ ਪ੍ਰਾਤਨ ਭਾਰਦਵਾਜ ਹੋਇਆ, ਭਾਰਦਵਾਜ ਰਿਖੀ ਮਹਾਤਮਾ ਉਦਮ ਦੇ ਨਾਲ ਇਹ ਪ੍ਰਯਾਗਰਾਜ ਉੱਤੇ ਬਹੁਤ ਇਕੱਠ ਕਰਦਾ ਸੀ। ਇਸ ਵਿੱਚ ਲੋਕਾਂ ਨੂੰ ਕੋਈ ਵੇਰ ਵੀ ਹੁੰਦਾ ਹੈ, ਬਹੁਤ ਸੰਗਤਾਂ ਆਉਂਦੀਆਂ ਸੀ। ਮਹਾਤਮਾ ਧਰਮਾਤਮਾ ਦੇ ਦਰਸ਼ਨ ਕਰਦੀਆਂ, ਉਹ ਕਥਾ ਵਿਚਾਰਾ ਸੁਣ ਕੇ ਲਾਭ ਲੈਂਦੀਆਂ, ਜ਼ਿੰਦਗੀਆਂ ਸਫਲ ਕਰਦੀਆਂ। ਉਹ ਪਰ 12 ਸਾਲ ਮਗਰੋਂ ਆਉਂਦਾ ਸੀ, ਪਰ ਜਿਹੜਾ ਸਾਧ ਸੰਗਤ ਪ੍ਰਯਾਗਰਾਜ ਹੈ, ਇਹ ਨਿਤ ਪ੍ਰਯਾਗਰਾਜ ਲੱਗੇ ਰਹਿੰਦਾ ਹੈ। ਕਹਿੰਦੇ ਪ੍ਰਯਾਗਰਾਜ ਤੇ ਤਾਂ ਕੁਝ 3 ਨਦੀਆਂ ਮਿਲਦੀਆਂ, ਗੰਗਾ ਜਮਨਾ ਸਰਸਵਤੀ। ਇੱਥੇ ਵੀ 3 ਨਦੀਆਂ ਮਿਲਦੀਆਂ। ਸੰਗਤ ਇੱਕ ਬਹੁਤ ਵੱਡਾ ਪ੍ਰਯਾਗਰਾਜ ਕੁੰਭ ਹੈ। ਇਹਦੇ ਵਿੱਚ ਜੋ ਕਰਮਾਂ ਦੀ ਕਥਾ ਕਰਨੀ ਹੈ, ਨਿਤ ਨਿਵਿਤ ਪ੍ਰਾਰਥ ਨਖੇਦ, ਮਾੜੇ ਕਰਮਾਂ ਦਾ ਖੰਡਨ ਕਰਨਾ, ਜਿਸ ਕਰਕੇ ਪਾਪ ਲਗੇ, ਰਹਿਣੀ ਬਹਿਣੀ ਕਹਿਣੀ ਸਹਿਣੀ, ਜਿਸ ਕਰਕੇ ਪੁੰਨ ਲਗੇ, ਉਹ ਕੰਮ ਕਰਨੇ ਹਨ। ਇੱਥੇ ਇਹ ਜਮਨਾ ਹੈ। ਅਤੇ ਜਿਹੜੀ ਭਗਤੀ ਦੀ ਗੱਲਾਂ, ਭਗਤੀ ਦੀਆਂ, ਭਗਤਹੀਨ ਕਹੇ ਜਗ ਆਇਆ, ਬਿਨ ਭਗਤੀ ਤਨ ਹੋਇ ਛਾਰ। ਭਗਤੀ ਦੀ ਮਹਿਮਾ, ਉਪਾਸਨਾ, ਇਹ ਗੰਗਾ ਵਗ ਰਹੀ ਹੈ। ਇੱਥੇ ਗੰਗਾ ਜਲ ਗੋਬਿੰਦ ਦਾ ਨਾਮ ਹੈ। ਅਤੇ ਸਰਸਵਤੀ, ਸਰਸਵਤੀ ਜੋ ਗਿਆਨ ਦੀਆਂ ਵਿਚਾਰਾਂ ਹਨ। ਪਾਈ ਰਹਿ ਗੁਰ ਬਿਨ ਗਿਆਨ ਨਾ ਹੋਏ। ਗਿਆਨ ਦੀਆਂ ਵਿਚਾਰਾਂ, ਬ੍ਰਹਮ ਵਿਚਾਰ ਵਿਚਾਰੇ ਸੋਏ ਨਾਨਕ ਤਾਂ ਕਿ ਪਰਮਗਤ ਹੋਏ। ਇਹ 3 ਨਦੀਆਂ, 2 ਤਾਂ ਪ੍ਰਤੱਖ ਮਿਲਦੀਆਂ ਹੈ, ਗੰਗਾ ਜਮਨਾ। ਸਰਸਵਤੀ ਸੁਣਿਆ ਕਿਲੇ ਦੇ ਵਿੱਚ ਤਰ੍ਹਾਂ ਹੀ ਹੇਠਾਂ ਮਿਲਦੀ ਹੈ। ਸਰਸਵਤੀ ਇੱਥੇ ਗਿਆਨ ਦਾ ਸੂਰਜ ਹੈ, ਪ੍ਰੋਗਿਆਨ ਦਾ ਸੂਰਜ ਹੈ। ਸ੍ਰੇਸ਼ਟ ਇਸਤਤੀ, ਜਿਹੜੀ ਗਿਆਨ ਦੀ ਇਸਤਰੀ ਕਰਨੀ ਹੈ, ਇਹੀ ਸਰਸਵਤੀ ਹੈ। ਉੱਥੇ ਕਹਿੰਦੇ ਮਾਧੋ ਦਾ ਮੰਦਿਰ ਬਣਿਆ ਹੋਇਆ ਹੈ, ਕੋਈ ਮੂਰਤੀ ਹੋਣੀ, ਉਹਨੂੰ ਪੜ੍ਹਦੇ ਹਾਂ। ਇਹ ਜਿਹੜਾ ਸਰੀਰ ਹੈ, ਇਹ ਸ੍ਰੀ ਹਰਿ ਮੰਦਿਰ ਹੈ, ਮੰਦਿਰ ਹੈ। ਜਿਹੜੀ ਪ੍ਰਤੱਖ ਚੇਤਨ ਹੈ, ਖਟ ਜੋਤਿਆਂ ਦੀ ਜੋਤ ਪ੍ਰਕਾਸ਼ਤ ਹੈ। ਇਸ ਨੂੰ ਪ੍ਰੋਹ ਗਿਆਨ ਸੂਰਜ ਰਾਏ, ਇਹਦੀ ਏਕਤਾ ਕਰਨੀ ਹੈ। ਇਹ ਪਰਸਨ ਹੈ। ਜਿਹੜੇ ਸਾਡੇ ਅੰਦਰ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਦਾ ਅੰਤਰ ਮਰੈ। ਜਿਹੜਾ ਜੀਵ ਦਾ ਤੂੰ ਪਦ ਲੱਖ ਹੈ, ਇਹਨੂੰ 6 ਉਰਮੀਆਂ ਛੱਡ ਕੇ, ਜਿਹੜਾ ਤਤ ਪਤ ਲੱਖ ਹੈ ਇਸ ਦਾ, ਇਹਦੇ ਉਤਪਤੀ ਆ ਛੱਡ ਕੇ ਵਾਚ ਵਾਚ ਏਕਤਾ ਕਰਨੀ, ਇਹੀ ਮੰਦਰ ਨੂੰ ਪਰਸਨਾ ਹੈ। ਕਹਿੰਦੇ ਉੱਥੇ ਬਦਲੀ ਜਮਾਤਾਂ ਦੀਆਂ ਜਮਾਤਾਂ, ਜਿਹੜੇ ਨਿਰਮਲੇ ਸਵੱਛ ਕਰਮ ਕਰਨ ਵਾਲੇ ਹੈ, ਸੇਠ ਕਰਮ ਵਾਲੇ ਪ੍ਰੇਮੀ ਹਨ, ਉਜਲ ਕਰਮ ਵਾਲੇ ਨਿਰਮਲਤੀ ਜਮਾਤ ਹੈ। ਉਦਾਸੀ ਬਾਣਸੇ ਸਦਨ ਸਭਾ ਮਾਨੀ ਮਾਈ ਉਦਾਸਾ, ਇਹ ਦਾਸਿਆਂ ਦੀ ਜਮਾਤ ਹੈ। ਜਿਹੜੇ ਵਿਰਾਗੀ ਹਨ, ਸਿਨਰ ਸੰਸਾਰ ਦੇ ਪਦਾਰਥ ਤੁੱਛ ਕਰਕੇ ਮੰਨਿਆ ਹੈ। ਮੈਂ ਕੀ ਪਦਾਰਥਾਂ ਵਿੱਚ ਵਿਰਾਗੀਆਂ ਦੀ ਜਮਾਤ ਹੈ। ਇਸ ਤਰ੍ਹਾਂ ਬੜਾ ਭਾਰੀ ਆ
ਕੁੰਭ ਹੈ। ਇਹ ਨੀਤਾ ਪ੍ਰਤੀ ਹੈ, ਨੀਤਾ ਪ੍ਰਤੀ ਸੰਗਤ ਹੋ ਰਹੀ ਹੈ, ਮਹਾਰਾਜ ਦੀ ਕਿਰਪਾ ਹੈ। ਇਹਦੇ ਵਿੱਚ ਤੂੜੀ ਕਰ ਇਸ਼ਨਾਨ, ਧੂੜੀ ਕਰ ਇਸ਼ਨਾਨ, ਕਹਿੰਦੇ ਮਿੱਟੀ ਘੱਟਾ ਲੱਗਿਆ ਹੁੰਦਾ, ਉਹ ਤਾਂ ਆਪਾਂ ਜਲ ਨਾਲ ਸਾਫ਼ ਕਰਦੇ ਹਨ, ਪਰ ਇੱਥੇ ਵਿਸ਼ੇਸ਼ ਧੂੜੀ ਕਰ ਇਸ਼ਨਾਨ। ਉਹ ਬਾਹਰਲਾ ਜਿਹੜਾ ਜਲ ਹੈ ਨਾ, ਉਹ ਤਾਂ ਸਾਡਾ ਮਿੱਟੀ ਘੱਟਾ ਲਾ ਦਿਓ, 72 ਵਿੱਚੋਂ ਮੈਲ ਕੱਢ ਦਿਓ, ਪਰ ਜਿਹੜੀ ਧੂੜੀ ਹੈ ਬਹੁਤ ਵੱਡੀ ਹੈ। ਸੰਗਤ ਕੀਰਤਨ ਕਰਦੀ ਜਾਂਦੀ ਹੋਵੇ, ਉਹ ਬੜਾ ਪਰਤਾ ਮਹਾਨ ਰੱਖਦੀ ਹੈ ਚਰਨ ਧੂੜ। ਜਿਵੇਂ ਕੋਈ ਮਰਨ ਪ੍ਰਿਆੰਤ ਵਿਅਕਤੀ ਸੀ, ਉਹਨੂੰ ਮੰਜੇ ਤੇ ਲਾ ਕੇ ਬਾਹਰ ਪਾ ਦਿੱਤਾ, ਵੇ ਹੁਣ ਅੱਗੇ ਤੋਂ ਤੁਰ ਰਿਹਾ ਜਾ ਰਿਹਾ ਹੈ। ਸੰਗਤ ਕੀਰਤਨ ਕਰਦੀ ਹੋਈ ਮਹਾਰਾਜ ਦੀ ਕਿਰਪਾ ਨਾਲ ਜਾ ਰਹੀ ਸੀ। ਉਹ ਸਾਧ ਸੰਗਤ ਦੀ ਚਰਨ ਧੂੜ ਪਵਿੱਤਰ ਮਹੱਤਤਾ ਰੱਖਣੀ ਮਹਾਨ, ਬਹੁਤ ਬਲ ਵਾਲੀ, ਉੱਤੇ ਪੈ ਗਈ। ਅੱਗੇ ਗਿਆ ਹਿਸਾਬ ਹੋਇਆ, ਧਰਮ ਰਾਜਾ ਫੋਲਾ ਫਾਲੀ ਕਰੀ ਜਾਂਦਾ। ਇਹਦਾ ਕਰਮ ਕੋਈ ਚੰਗਾ ਨਿਕਲਦਾ ਹੀ ਨਹੀਂ, ਜਿੱਧਰ ਨੂੰ ਦੇਖਦਾ ਮਾੜੇ ਪੁੱਠੇ ਜਿਹੇ ਕੰਮ ਆਉਂਦੇ ਜਾਂਦੇ ਹੈ। ਇਹਨੂੰ ਨਰਕ ਵਿੱਚ ਸਟਾਤਾ ਜਮਦੂਤਾਂ ਤੋਂ। ਉਹ ਨਰਕ ਠੰਡੇ ਹੀ ਹੋ ਗਏ। ਜਾ ਕੇ ਆਖਿਆ ਧਰਮ ਰਾਜਾ ਆ ਕੇ ਗੱਲ ਕਰਦਾ, ਉਹ ਤਾਂ ਕੋਈ ਪੁੰਨ ਆਤਮਾ ਹੈ। ਹਾਏ ਕਲਾਪ ਬੰਦ ਠੰਡੇ ਹੋ ਜਾਂਦੇ हैं, ਫੇਰ ਫੋਲਾ ਫੋਲੀ ਕੀਤੀ। ਉਹ ਕਹਿੰਦੇ ਹੋਏ ਸਾਰੇ ਮਾੜੇ ਕਰਮ ਹੈ, ਸੋਝੀ ਸੰਭਲ ਤੋਂ ਹੀ ਸਿੱਟੋ, ਸਿਟਾਤਾ। ਫੇਰ ਗੱਲ ਹੋਈ ਠੰਡੀ। ਉਹ ਕਹਿੰਦੇ ਦੇਖ ਲੈ, ਫਿਰ ਅਸੀਂ ਵੀ ਰਗੜੇ, ਤੁਸੀਂ ਵੀ ਰਗੜ ਜਾਊਗਾ, ਦੇਖ ਲੈ, ਸਮਝ ਲੈ। ਨਰਕ ਠੰਡੇ ਹੁੰਦੇ ਐ, ਅਖੀਰਲੇ ਸਵਾਸ ਵੇਖੇ ਬੱਲੇ, ਹੋਰ ਗੱਲ ਹੋ ਗਈ। ਇਹ ਤਾਂ ਸਾਧ ਸੰਗਤ ਦੀ ਚਰਨ ਧੂੜ ਪੈ ਗਈ, ਉਹਦੇ ਕਰਕੇ ਇਹਦੇ ਸਾਰੇ ਪਾਪ ਨਿਵਰਤ ਹੋ ਗਏ। ਇੰਨਾ ਸਾਧ ਸੰਗਤ ਜੀ ਸਾਧ ਜੀ ਧੂੜ ਦੇ ਵਿੱਚ ਬਲਿਹਾਰ ਜਾਈਏ ਬਲ ਹੈ। ਸਾਧ ਸੰਗਤ ਧੂੜ ਪੜੀ ਉੱਡ ਨੇਤਰੀ। ਆਪਾਂ ਦਿਓ ਸਾਧੂ ਦੇਹੋ ਸੋਹਣੀ ਸਾਧਗਾ ਵਿੱਚ ਢਲਾਵੋ, ਝਾੜੂ ਦਿੰਦੇ ਹੈ। ਤੱਪੜ ਝਾੜ ਪਛਾਏ ਧੂੜੀ ਨਹਾਇਆ। ਇੱਥੇ ਬਹੁਤ ਗੁਣ ਹਨ। ਚਰਨ ਧੂੜ ਤੋਂ ਬਲਿਹਾਰ ਜਾਈਏ, ਦਰੀਆਂ ਹਨ, ਚਾਦਰਾਂ, ਜਿਹੜੀ ਝਾੜਦਿਆਂ ਹੋਇਆਂ ਉੱਤੇ ਚਰਨ ਧੂੜ ਪੈਣੀ। ਧੂੜ ਬਹੁਤ ਮਹਾਨਤਾ ਹੈ, ਬਹੁਤ ਪੁੰਨ ਰੂਪ ਹੈ। ਕਈ ਸਿਆਣੇ, ਕਈ ਬੀਬੀਆਂ ਵੀ ਹਰਿਮੰਦਰ ਸਾਹਿਬ ਹੋ ਥਾਂ ਪੇ ਦੇਖੇ ਹਨ, ਚਰਨ ਧੂੜ ਇਕੱਠੀ ਜਿਹੀ ਕਰਕੇ ਕੋਈ ਰੁਮਾਲ ਵਿੱਚ ਬੰਨ੍ਹਦਾ ਹੈ, ਕੋਈ ਚੁੰਨੀਆਂ ਦੇ ਲੜ ਬੰਨ੍ਹ ਰਿਹਾ ਹੈ। ਉਹਦੇ ਵਿੱਚ ਖੂਬੀ ਹੈ, ਬਹੁਤ ਵੱਡੀ ਚੀਜ਼ ਹੈ ਚਰਨ ਧੂੜ। ਪਰ ਇਸ ਨਾਲੋਂ ਵੀ ਸਰਦਾ ਰੂਪ ਧੂੜ। ਸਰਦਾ ਲਾਗੀ ਸੰਗ ਪ੍ਰੇਤ ਮੈਂ ਤੇਰੇ ਪਰ ਰਹਿ ਨਾ ਜਾਏ। ਜਿਹੜੀ ਸਰਦਾ ਰੂਪ ਸਰਦਾ ਕਰਨੀ ਨਾ, ਇਹ ਮਹਾਨ ਵੱਡੀ ਧੂੜ ਹੈ। ਮਹਾਰਾਜ ਸਾਨੂੰ ਸਮਤ ਬਖਸ਼ੇ। ਹੋ ਸਾਉਣ ਕਿਰਨ का आओ हमारे पास जियो। बहुत गुण ਹਨ। ਇਸ ਚਰਨ ਧੂੜ ਨੇ ਰੇਖਾ ਬਦਲ ਦਿੰਦੀ ਹੈ। ਬਲਿਹਾਰ ਜਾਈਏ ਚਰਨ ਧੂੜ ਤੋਂ ਪੁੱਠੀਆਂ ਰੇਖਾ ਸਿੱਧੀ ਕਰਕੇ ਕਾਰਜ ਰਾਸ ਕਰਦੀ ਹੈ। ਜਿਵੇਂ ਹਿੰਦੂ ਘਰਾਣੇ ਦੀ ਕੋਈ ਬੀਬੀ ਹੈ, ਪਤੀ ਵਪਾਰੀ ਹੈ, ਘਰ ਮੁਲ ਗਿਆ ਹੋਇਆ ਹੈ,
ਅਸਾਰ ਕੇ ਕੋਠੇ ਤੇ ਤੁਰੀ ਫਿਰਦੀ, ਕੇਸ ਹਰੇ ਕਰਦੀ ਸੀ। ਉਹਦਾ ਲੁੱਚਾ ਬਦਮਾਸ਼ ਸੂਬਾ, ਬਦਮਾਸ਼ ਲੁੱਚਾ, ਉਹਨੇ ਵੇਖ ਲਈ। ਉਹ ਤਾਂ ਲਟੂਆ ਦਾ ਭਾਂਬੜੇ ਬਣ ਗਿਆ, ਲਾਟ ਤੇ ਪੈਣ ਨੂੰ ਹੀ ਤਿਆਰ ਹੋ ਗਿਆ। ਨੁਮਾਇੰਦੇ ਭੇਜੇ, ਬੀਬੀ ਨੇ ਗਾਲਾਂ ਕੱਢਤੀਆਂ, ਕਹਿੰਦੇ ਤੇਰੀ ਮਾਂ ਭੈਣਾਂ ਹੈਗੀਆਂ, ਉੱਥੇ ਮਰ ਜਾ। ਇਹਨੇ ਫਿਰ ਨਾ ਕਾਲੇ ਇਲਮ ਕਰਾਤੇ ਮੁਸਲਮਾਨਾਂ ਤੋਂ, ਠਹਿਚਲ ਕਰਦੀ, ਬੇਦਮਾਗੀ ਜੀ ਬਣਾਤੀ, ਪਾਗਲ ਜੇ ਵਾਂਗ ਬਣਾ ਦੀ। ਇਹ ਤਾਂ ਆਪੇ ਉੱਠ ਗਏ, ਉਹ ਲੁੱਚੇ ਦੇ ਘਰ ਨੂੰ ਤੁਰ ਪਈ। ਅੱਗੇ ਮਹਾਂਪੁਰਖ ਮਹਾਤਮਾ ਅੰਤਰ ਬੇਤੇ ਤਤ ਬੇਤੇ, ਬਾਬਾ ਗੁੱਦਰ ਸਿੰਘ ਲਾਹੌਰ ਦੇ ਗੇਟ ਤੋਂ ਬਾਹਰ ਕੁਟੀਆ ਬਣਾ ਕੇ ਰਹਿੰਦੇ ਸੀ। ਕਹਿੰਦੇ ਮੈਂ ਮੁਸਲਮਾਨੀ ਤਾਂ ਹੁਣ ਬਣ ਜਾਣਾ, ਆਸ਼ੀਰਵਾਦ ਲੈ ਲਿਆ ਸੰਤਾਂ ਮਹਾਤਮਾ ਤੋਂ। ਨਮਸਕਾਰ ਕੀਤੀ, ਮਹਾਂਪੁਰਖਾਂ ਦੀ ਨਿਗਾਹ ਚਲੀ ਗਈ। ਕਹਿੰਦੇ ਕਿੱਧਰ ਜਾਈ ਬੀਬੀ ਤੂੰ? ਮੇਰਾ ਪਤੀ ਤੇ ਬਾਹਰ ਗਿਆ ਹੋਇਆ ਹੈ, ਮੈਨੂੰ ਲੁੱਚਾ ਹੈ, ਇਹ ਸੂਬਾ ਜਿਹਾ ਪਤਾ ਨਹੀਂ ਕੀ ਕਰਾਇਆ ਹੈ, ਮੈਂ ਉਧਰ ਨੂੰ ਜਾ ਰਹੀ ਹਾਂ, ਮੇਰਾ ਧਰਮ ਬਚਾਓ, ਕਿਰਪਾ ਕਰੋ। ਸਾਧੂ ਮਹਾਤਮ ਨੇ ਦੇਖਿਆ ਵੀ ਇਹਦੇ ਮੱਥੇ ਦੀ ਪ੍ਰਾਰਬਧ ਠੀਕ ਨਹੀਂ ਹੈ, ਮੁਸਲਮਾਨੀ ਬਣਨਾ ਇਹਦੀ ਪ੍ਰਾਰਬਧ ਵਿੱਚ ਹੈ। ਤਰਸਵਾਨ ਹੋ ਕੇ ਮਹਾਂਪੁਰਖਾਂ ਨੇ ਚਾरों ਤੋੜ ਨਾਲ ਰੇਖਾ ਕੱਢਦੇ, ਦੇਖ ਲਓ, ਪੁੱਠੀ ਰਸਾ ਸਿੱਧੀ ਬਣਾਤੀ। ਆਖਣ ਲਗੇ ਰਾਮ ਰਾਮ ਸੀਤਾ ਰਾਮ ਹਰੇ ਕ੍ਰਿਸ਼ਨ, ਉਹਨਾਂ ਨੇ ਕੁਝ ਨਹੀਂ ਤੇਰਾ ਕਰਨਾ, ਵਾਹਿਗੁਰੂ ਵਾਹਿਗੁਰੂ ਦਾ ਮੰਤਰ ਜਾਪ ਕਰ। ਸਮਾਤ ਦਿੱਤੀ, ਵਾਹਿਗੁਰੂ ਦਾ ਜਾਪ ਕਰਾਇਆ, ਸਭ ਜੰਤਰ ਮੰਤਰ ਫੈਲ ਹੋ ਗਏ। ਵਾਹਿਗੁਰੂ ਗੁਰੂ ਮੰਤਰ ਹੈ, ਬਹੁਤ ਵੱਡਾ ਹੈ। ਇਉਂ ਵੇਖ ਲਓ, ਚਾਰਨ ਤੋੜ ਨੂੰ ਬਲਿਹਾਰ ਜਾਈਏ, ਉਹਦਾ ਜੀਵਨ ਧਰਮ ਰੱਖਿਆ। ਇੱਕ ਨਹੀਂ ਦੋ ਨਹੀਂ, ਬਹੁਤ ਸਾਰਿਆਂ ਦੀਆਂ ਇਸ ਤਰ੍ਹਾਂ ਸਾਖੀਆਂ ਹਨ। ਖੂਬੀ ਹੈ ਚਰਨ ਤੋੜ ਵਿੱਚ, ਹਰ ਕਾ ਨਾਮ ਧਿਆਏ ਸੁਣ। ਸਮਝ ਕਰਨਾ ਕੀ ਹੈ? ਸੋ ਤੋ ਪ੍ਰਧਾਨ, ਰਜੋ ਤਮੋ ਤੋਂ ਰਹਿਤ, ਪੁਰਨਿਆ ਤੋਂ ਰਹਿਤ। ਮਨ ਨੂੰ ਦਮਨ ਕਰਨਾ ਹੈ, ਦਮਨ ਕਰਕੇ ਨਿਰੰਕਾਰ ਕਰਨਾ ਹੈ। ਅੰਤਰਮੁਖ ਬਿਰਤੀ ਕਰਨੀ ਹੈ। ਸੰਗਤ ਵਿੱਚ ਅੰਮ੍ਰਿਤ ਰੂਪ ਕਥਾ ਸੁਣਨੀ ਹੈ, ਅੰਮ੍ਰਿਤ ਰੂਪ ਕਥਾ ਕੀਰਤਨ ਸੁਣਨਾ ਹੈ। ਦੈਵੀ ਗੁਣ ਧਾਰਨ ਕਰ ਰਹੇ ਹਨ, ਚੰਗੇ ਗੁਣ ਧਾਰਨ ਕਰ ਰਹੇ ਹਨ। ਮਾੜੇ ਔਗਣਾਂ ਨੂੰ ਸੋਚ ਵਿਚਾਰ ਕੇ ਵਿਚਾਰ ਰੂਪੀ ਬੌਕਰ ਦੇਣਾ ਜ਼ਿੰਦਗੀ ਵਿੱਚ। ਪਤਾ ਲੱਗ ਜਾਂਦਾ ਜੀ ਬਿਰਤੀ ਟਿਕਾਈਏ, ਮੇਰੇ ਤੋਂ ਆਮ ਕੇ ਟਾਈਮ ਆਹ ਕੰਮ ਹੋਇਆ ਹੈ, ਬਿਲਕੁਲ ਪਤਾ ਲੱਗਦਾ। ਟਕਾ ਕੇ ਵੇਖੇ ਨਾ ਆਪਣੇ ਜੀਵਨ ਵਿੱਚ, ਛਟਾਈਆਂ ਖਟਾਈਆਂ ਔਗਣ ਗੁਣ ਸਾਰਾ ਪਤਾ ਲੱਗ ਜਾਂਦਾ। ਔਗਣ ਦਾ ਤਿਆਗ ਕਰੀਏ, ਗੁਣਾਂ ਦਾ ਗ੍ਰਹਿਣ ਕਰੀਏ। ਸੰਗਤ ਵਿੱਚ ਹਰ ਕਾ ਨਾਮ ਧਿਆਏ ਸੁਣ, ਵਾਹਿਗੁਰੂ ਦਾ ਨਾਮ ਸਰਦਾ ਵਿਸ਼ਵਾਸ ਨਾਲ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਰਦਾ ਵਿਸ਼ਵਾਸ ਨਾਲ ਹਰ ਕਾ ਨਾਮ ਧਿਆਏ ਸੁਣ, ਨਾਲੇ ਜਾਪ ਕਰਨਾ ਨਾਲੇ ਸੁਣਨਾ, ਦੋਏ ਕੰਮ ਕਰਨੇ। ਨਾਲੇ ਜਾਪ ਨਾਲੇ ਸੁਣਨਾ ਹੈ। ਵਾਹਿਗੁਰੂ ਦੀ ਕਿਰਪਾ, ਅੰਤਰਮੁਖ ਬਿਰਤੀ ਕਰਨੀ ਹੈ।
ਸਰਵਣੀ ਸੁਣਿਆ ਰਸਨਾ ਤੇ ਹਿਰਦੈ ਚ ਪਿਆ ਸੋਈ ਖਾਲ ਤਾਨ ਹੋ ਕੇ ਸਰਵਣੀ ਸੁਣਿਆ ਰਸਨਾ ਗਾਈ ਹੈ ਹਿਰਦੈ ਤੇ ਆਈ ਹੈ ਸੋਈ। ਨਾਲੇ ਤਾਂ ਸੁਣਨਾ ਹੈ, ਸੁਣਿਆ ਹੋਇਆ ਸਿਧਾਂਤ ਉਹ ਸਰਦਾ ਨਾਲ ਹਿਰਦੇ ਵਿੱਚ ਲਿਆਉਣਾ। ਬਹੁਤ ਪ੍ਰੇਮ ਨਾਲ ਰਸਨਾ ਨਾਲ ਜਿਹੜਾ ਜਾਪ ਕਰ ਰਹੇ ਵੀ ਕੀ ਕਹਿ ਰਹੇ ਆ ਉਹਦਾ ਅਮਲ ਉਹਦਾ ਸਿਧਾਂਤ ਇਹ ਸੁਣ ਕੇ ਹਿਰਦੇ ਵਿੱਚ ਵਸਾਵਾਂਗੇ ਤਾਂ ਹੀ ਸਾਡਾ ਕੋਈ ਬਣੂ। ਜੇ ਇੱਕ ਕੰਨ ਥਾਂ ਹੀ ਸੁਣ ਕੇ ਦੂਜੇ ਥਾਂ ਹੀ ਕੱਢਤਾ ਫਿਰ ਤਾਂ ਉਹ ਬਣਨਾ ਹੀ ਨਹੀਂ। ਇਸ ਕਰਕੇ ਰਸਨਾ ਨਾਲ ਜਾਪ ਕਰਨਾ, ਹਿਰਦੇ ਵਿੱਚ ਸਿਧਾਂਤ ਧਾਰਨਾ ਹੈ, ਆਹ ਕੰਮ ਕਰਨਾ ਸੰਗਤ ਵਿੱਚ ਸਰਦਾ ਨਾਲ ਸੁਣਨਾ ਹੈ। ਗੁਣ ਧਾਰਨੇ ਹਨ, ਸਰਵਣ ਦਿਆਸਨ ਸਖਿਆਤਾ ਤੱਕ ਜਾਣਾ ਹੈ। ਸਭਨਾ ਨੋ ਕਰ ਦਾਨ ਸਾਰੇ ਪਾਤਰ ਹਨ ਦਾਨ ਦੇ। ਸਾਰਿਆਂ ਨਾਲੋਂ ਵੱਡਾ ਦਾਨ ਧਰਤੀ ਦਾਨ, ਸੋਨਾ ਦਾਨ, ਚਾਂਦੀ ਦਾਨ, ਵੱਡਾ ਦਾਨ ਅੰਨ ਤੇ ਵਸਤਰ ਦਾ ਹੈ। ਸਰਦੀ ਹੈ ਨੰਗਾ ਕੋਈ ਜੋੜੇ ਤਾਂ ਵਿਚਾਰਾ ਲਾਚਾਰ ਹੈ, ਵਸਤਰ ਦੇਵਾਂਗੇ ਉਹਦੀ ਆਤਮਾ ਆਸ਼ੀਰਵਾਦ ਦੇਊਗੀ। ਭੁੱਖਾ ਹੈ ਅੰਨ ਦੇਵਾਂਗੇ ਉਹਦੀ ਆਂਦਰਾਂ ਆਸ਼ੀਰਵਾਦ ਦੇਣਗੀਆਂ। ਅੰਨ ਜਿਹੜਾ ਹੈ ਹਰੇਕ ਅੰਨ ਦਾ ਪਾਤਰ ਹੈ, ਹਰੇਕ ਨੂੰ ਅੰਨ ਛਕਾਉਣਾ ਚਾਹੀਦਾ ਹੈ ਭੁੱਖੇ ਨੂੰ ਖਿਆਲ ਨਾਲ। ਜਿਵੇਂ ਅਨੰਦਪੁਰ ਸਾਹਿਬ ਜੰਗ ਹੋ ਰਿਹਾ ਪਹਾੜੀਏ, ਉਹ ਆ ਲੰਗਰ ਵੇਲੇ ਨਾਲੇ ਜੰਗ ਕਰਦੇ ਆ, ਲੰਗਰ ਵੇਲੇ ਗੁਰਸਿੱਖ ਹਟਾਉਂਦੇ ਨਹੀਂ ਸੀ। ਦੇਖ ਲਓ ਫਿਰ ਜ਼ਖਮੀਆਂ ਨੂੰ ਪਿਆਸਾ ਨੂੰ ਪਾਣੀ ਪਿਲਾਉਂਦੇ ਮਹਾਰਾਜ ਨੇ ਪੱਟੀ ਮੱਲਮ ਵੀ ਦੇਤਾ ਸੀਗਾ। ਇੱਕ ਗੱਲ ਦਾ ਖਿਆਲ ਰੱਖਣਾ, ਤੁਮਨੂੰ ਪਰਮ ਦਾਨ ਦੇ ਚੀਜ਼ ਦੇ ਨਰਾ ਦਾਤਾ ਰਾ ਰੋਏ ਜਾਤੰ ਬ੍ਰਹਮ ਗ੍ਰਾਮ ਸ਼ੁਕਰ ਹੈ। ਇੱਕ ਖਿਆਲ ਰੱਖਣਾ ਹੈ, ਦਾਨ ਉਹ ਜਰ ਦੇ ਬੀੜੇ ਵਾਲਾ ਹੈ, ਨਸਵਾਰ ਵਾਲਾ ਹੈ, ਉਹਦਾ ਉਲਟ ਪੈ ਜੂ। ਦਾਨ ਜੇ ਨਰਾ ਜਿਹੜਾ ਦਾਨ ਕਰ ਰਿਹਾ ਹੈ ਲੜੀ ਮਾਰ ਸੁਆ ਖੇ ਖਾਣ ਵਾਲਾ, ਉਹਨੂੰ ਦਾਨ ਕਰ ਤਾਂ ਜਿਵੇਂ ਕੋਈ ਇੰਜੈਕਸ਼ਨ ਉਲਟਾ ਪੈ ਜਾ ਉਲਟਾ ਪੈ ਜਾਣਾ। ਜਿਹੜਾ ਦਾਨੀ ਹੈ ਉਹ ਤਾਂ ਰੌਰਵੇ ਨਰਕ ਹੈ, ਬਿੱਲੀ ਦੇ ਮੂੰਹ ਵਰਗਾ ਹੈ, ਉੱਥੇ ਖੂਨ ਪੀਕਦਾ ਹੈ, ਉੱਥੇ ਕੀਟਾਣੂ ਵੱਢ ਵੱਢ ਕੇ ਖਾਂਦੇ ਆ। ਉਲਟਾ ਪੈ ਗਿਆ ਕੀਤਾ ਦਾਨ, ਉਹਨਾਂ ਜਰਦੇ ਬੇੜੇ ਹੋਰੇ ਹੋਰੇ ਸੁਆ ਕੇ ਖਾ ਗਿਆ ਨਖੇ ਤੇ ਜਾਂ। ਜਿਹੜਾ ਦਾਨੀ ਪੰਡਤ ਲੈ ਰਿਹਾ ਹੈ ਦਾਨ, ਉਹ ਪਿੰਡ ਦਾ ਸੁਰ ਬਣ ਕੇ ਵੇਖ ਲੋ ਗੰਦਮੰਦ ਇੰਨਾ ਵਿਚਾਰ ਹੈ, ਪਰ ਅੰਨ ਤੇ ਵਸਤਰ ਦਾ ਦੇਖਣਾ ਨਹੀਂ। ਇਹ ਰਵਿਦਾਸੀ ਹੈ, ਇਹ ਹਿੰਦੂ ਹੈ, ਇਹ ਫਲਾਣਾ ਹੈ, ਇਹ ਟਕਵਾਣਾ ਹੈ। ਵਰਤਾਨ ਵੇਲੇ ਜੋ ਚੀਜ਼ ਵਰਤਾ ਰਹੇ ਹੈ ਇੱਕੋ ਜਿਹੀ ਵਰਤਾਓ ਸਾਰਿਆਂ ਨੂੰ। ਇਹ ਦਾਨ ਕਰਨ ਦਾ ਢੰਗ ਹੈ ਮੇਰ ਛੱਡ ਕੇ। ਜਨਮ ਕਰਮ ਮਲ ਉਤਰੈ ਸਤਿਮੈ ਬਿਰਤੀ, ਮਾਘ ਦਾ ਮਹੀਨਾ ਬਣਾਵਾਂਗੇ, ਵਾਸਨਾ ਖੈ ਕਰਾਂਗੇ, ਫੇਰ ਲਾਭ ਕੀ ਹੋਇਆ? ਅੰਮ੍ਰਿਤ ਕਥਾ ਸੁਣਾਂਗੇ, ਵਿਚਾਰਾਂਗੇ, ਚਾਰੋਂ ਧੂੜ ਹੋਵਾਂਗੇ, ਰਾਤ ਰਾਤ ਜਪਾਂਗੇ ਵੀ,
ਦੇ ਧਿਆਵਾਂਗੇ। ਕਹਿੰਦੇ ਜਨਮ ਕਰਮ ਕਰੋੜਾਂ ਹੀ ਜਨਮਾਂ ਦੀ, ਕਰੋੜਾਂ ਜਨਮ ਦੇ ਕੁਕਰਮਾਂ ਦੇ, ਜਿਹੜੇ ਖੋਟੇ ਕੰਮ ਹੈ, ਮਾੜੇ ਕਰਮ ਹੈ, ਪੈੜੇ ਕਰਮ ਹੈ, ਗਊ ਹੱਤਿਆ, ਕੰਨਿਆ ਜਿਵੇਂ ਮਾਰੇ ਜਾਂਦੇ ਹਨ, ਹੋਰ ਬਹੁਤ ਹੈ, ਗਊ ਮਾਰ ਦੇਣਗੇ, ਤੱਤ ਬਿਤਨ ਮਾਰ ਦੇਣਾ, ਕਰੋੜਾਂ ਜਨਮ ਦੇ ਕੁਕਰਮਾਂ ਦੇ ਬਹੁਤ ਮੈਲ ਹੈ, ਜ਼ਿਆਦਾ ਹੀ ਮੈਲ ਹੈ। ਜਨਮ ਜਨਮ ਕੀ ਸਮਾਨ ਕੌਣ ਮਾਲਾ ਗਈ, ਕਾਲਾ ਹੋਆ ਇਹ ਲੱਥੂਗੀ। ਕੁਵਿਰਤੀ ਦੀ, ਸੰਚਿਤ ਕਰਮਾਂ ਦੀ, ਮਾੜੇ ਕਰਮਾਂ ਦੀ ਇਹ ਮੈਲ ਲੱਥ ਜਾਵੇਗੀ। ਮਨ ਤੇ ਜਾਏ ਗੁਮਾਨ, ਗੁਮਾਨ ਹੰਕਾਰ ਮਾਇਆ ਤਜਦਾ ਕਪੈ ਜੋ ਮਾਨ ਤਜਾ ਨ ਜਾਏ। ਮਾਨ ਮੋੜੀ ਮਰੂਰ ਕਰੇ, ਮਾਨ ਸਭੈ ਕੋ ਖਾਏ। ਸਮਝ ਮਾਨੀ ਦਾ ਨਰਾਦਰ ਹੈ, ਸਾਧੂ ਦੇ ਸਤਿਕਾਰ ਹੈ। ਜਿਹੜਾ ਮਾਨੀ ਹੰਕਾਰ ਉਹਦੇ ਨੇੜੇ ਕੋਈ ਖੜ ਰਿਹਾ ਰਾਜੀ ਨਹੀਂ, ਉਹਦੀ ਗੱਲ ਸੁਣ ਕੇ ਰਾਜੀ ਨਹੀਂ, ਉਹ ਆਪਣਾ ਹੀ ਬਹੁਤ ਸੇਖੀਆਂ ਬਹੁਤ ਹੋਰ ਹੀ ਗੱਲਾਂ ਮਾਰਦਾ ਜੱਕੜ। ਜਿਵੇਂ ਸਾਖੀਆਂ ਦੀ ਹੈ, ਪਾਰਵਤੀ ਗੱਲ ਪੈ ਗਈ ਸੀ ਜਿਹਦੇ ਭੋਲੇਨਾਥ ਕਿਸੇ ਨੇ ਝਮਲਾਤੀ, ਕਹਿੰਦੇ ਤੇਰਾ ਪਤੀ ਇਹਦੇ ਕੋਲ ਅਮਰ ਕਥਾ ਹੈ, ਤੂੰ ਅਮਰ ਕਥਾ ਸੁਣ ਕੇ ਅਮਰ ਕਿਉਂ ਨਹੀਂ ਹੁੰਦੀ, ਜਨ ਮਰਦੀ ਰਹਿੰਦੀ ਹੈ, ਇਹ ਭੋਲਾ ਮਰਦਾ ਹੀ ਨਹੀਂ। ਕਹਿੰਦੀ ਭੋਲੇਨਾਥ ਪਤੀ ਦੇਵ ਮੈਨੂੰ ਅਮਰ ਕਥਾ ਸੁਣਾ। ਕਹਿੰਦੇ ਤੇਰੇ ਤੋਂ ਸੁਣਨੀ ਹੋਣੀ, ਤੇਰਾ ਇਸਤਰੀ ਦਾ ਜਾਮਾ ਹੈ, ਉਹ ਤਾਂ ਬਹੁਤ ਸਾਵਧਾਨ ਹੋ ਕੇ ਕਾਫੀ ਟਾਈਮ ਲੱਗੂਗਾ। ਉਹ ਮੈਂ ਕਿਉਂ ਨਹੀਂ ਸੁਣਾਗੀ, ਸੁਣਾਤਾ ਤੇਰੀ ਅਰਧੰਗੀ ਹੈ। ਕਥਾ ਸੁਣਾਉਣੀ ਸ਼ੁਰੂ ਕਰਤੀਆਂ। ਅੰਮ੍ਰਿਤ ਇੱਕ ਬਿਰਤ ਤੇ ਸੁੱਕਾ ਅੰਡਾ ਸੀ, ਸੁੱਕਾ, ਉਹ ਸੁਣ ਕੇ ਕਥਾ ਹਰਾਈ ਹੋ ਗਿਆ। ਪਾਰਵਤੀ ਨੀਂਦ ਨਾ ਗਰਸ ਲਈ, ਘਰਾੜੇ ਮਾਰਨ ਲੱਗ ਪਈ। ਉਹ ਸੁੱਕਾ ਅੰਡਾ ਹਰਾ ਹੋਇਆ, ਹੰਗੂਰਾ ਭਰੀ ਗਿਆ, ਸੁਣਾਈ ਗਿਆ। ਦੇਖਿਆ ਵੀ ਤਾਂ ਸੁੱਤੀ ਪਈ ਹੈ। ਉਹ ਹਰਾ ਹੋ ਕੇ ਉਡਾਰੀ ਮਾਰ ਗਿਆ, ਤੋਤਾ ਬਣ ਗਿਆ। ਫਿਰ ਅੱਗੇ ਜਾ ਕੇ ਵਿਆਹ ਦੇ ਘਰ ਵਾਲੀ ਹੰਗੂਰਾ ਉਡਾਉਂਦੀ ਸੀ, ਉੱਥੇ ਸੁਖ ਦੇ ਮਨੁੱਖ ਬਣ ਗਿਆ, ਬੰਦਾ ਬੱਚਾ ਬਣ ਗਿਆ। 12 ਵਰੇ ਤਪ ਕੀਤਾ ਸੀ ਨਾ, ਕੋਈ ਨੂੰ ਗਿਆਨ ਵੀ ਸੀ ਪਿਛਲਾ। ਮਾਂ ਦੇ ਉਦਰ ਵਿੱਚ 12 ਵਰੇ। ਕੁਝ ਪਤਵੰਤਿਆਂ ਨੇ ਬੀਬੀ ਨੇ ਆਖਿਆ ਉਹ ਤੇਰੇ ਘਰ ਵਾਲੇ ਦੀ ਬੁਰੀ ਹਾਲਤ ਹੈ, 12 ਸਾਲ ਹੋ ਗਏ ਬੱਚਾ ਅੰਦਰ ਬੈਠਿਆ। ਉਹਨਾਂ ਆਖਿਆ ਕਿਉਂ ਮਾਂ ਨੂੰ ਤੰਗ ਕਰਦਾ ਹੋਏ, ਨਿਕਲ ਬਾਹਰ। ਆਵਾਜ਼ ਕੀਤੀ ਮਾਇਆ ਰੋਕ, ਮੇਰੇ ਉੱਤੇ ਆਸਰ ਨਾ ਪਵੇ ਜਦੋਂ ਮੈਂ ਜਨਮ ਧਾਰਾਂਗਾ। ਬਿਆਸ ਨੇ ਅਰਦਾਸ ਕਰਕੇ ਮਾਇਆ ਦਾ ਆਸਰ ਬੜੀ ਸਖਤੀ ਹੈ ਉਹ ਰੋਕੀ। ਦੱਤਾਤਰੇय ਲਛਮਣ ਹਨੂਮਾਨ ਵਰਗੇ ਉਹ ਤੋਂ ਜਨਮ ਲਿਆ। ਜਦੋਂ ਮਾਇਆ ਰੋਕੀ ਇਹ ਜਨਮ ਪਿਆ। ਕਹਿੰਦੇ ਬੇਟਾ ਮੈਂ ਤੈਨੂੰ ਵਾਰਤਾ ਦੇ ਢੰਗ ਦੱਸਾਂਗਾ ਜੋ ਪੁਰਾਤਨ ਹਨ। ਕਹਿੰਦੇ ਕੀ ਦੱਸੂਗਾ? ਮੈਂ ਵਰਤ ਬੜੇ ਰੱਖੇ ਆ। ਵਰਤ ਰੱਖਣ ਤੋਂ ਉਹ ਮੈਂ ਮੱਛਰ ਬਣ ਗਿਆ ਸੀ, ਵੀ ਰੋਟੀ ਲਈ ਜਾਂਦਾ ਸੀ, ਗਰਮ ਰਹਤੇ ਉਹਨੂੰ ਸਿੱਟਿਆ, ਮੈਂ ਬੜਾ ਔਖਾ ਹੋਇਆ। ਵਰਤ ਦਾ ਕੋਰ ਕਿੱਡਾ ਬਣ ਗਿਆ ਸੀ। ਕਹਿੰਦੇ ਚੰਗਾ ਤੈਨੂੰ ਵਿਦਿਆ ਦਾ ਹੰਕਾਰ ਹੈ, ਤਪ ਦਾ ਹੰਕਾਰ ਹੈ, ਇਉਂ ਕਰ ਫਿਰ ਸਹਿਜ ਅਵਸਥਾ ਵਾਲੇ ਤਤ ਪੇਤੇ ਇੱਥੇ ਜਨਕ ਜੀ ਹਨ, ਬਦੇਹੀ, ਮਥਰਾਪੁਰੀ,
ਉਹਨਾਂ ਕੋਲ ਜਾ ਫਿਰ ਤੂੰ। ਆ ਗਿਆ, ਆ ਕੇ ਨਾ ਸੋਚੀ ਜਾਂਦਾ, ਕਹਿੰਦੇ ਰਾਜਾ ਇਹ ਤਾਂ ਜਨਕ ਰਾਜਾ ਹੈ, ਸੋਨੇ ਦੀ ਡੋਡੀਆਂ ਬੋਲੇ, ਬੜਾ ਕੁਝ ਕਿਲੋ ਜੇ ਸੋਨੇ ਦੀ ਬੜੀ ਬਣਾਵਟ, ਬੋਲੇ ਬੋਲੇ ਸੋਨੇ ਦੇ ਇਹਦੇ ਕੋਲ, ਇਹਨੂੰ ਤਾਂ ਸ਼ਾਇਦ ਬੋਲੇ ਬੋਲੇ ਆ ਇਹ ਜਿਹੀਆਂ ਸੰਜਾੜ ਭੁਲਾਇਆ ਹੋਇਆ ਹੋਣਾ, ਉਹਦਾ ਫੁਰ ਨਾ ਬੁੱਝ ਲਿਆ। ਤਤ ਬੇਤਾ ਸੀ ਇਹ, ਜਨਕ ਰਾਜਾ ਕਮਾਈ ਵਾਲਾ ਸੀ। ਯੋਗ ਸ਼ਕਤੀ ਨਾਲ ਅੱਗ ਲਾਤੀ ਡੋਡੀ ਨੂੰ। ਇਹ ਭੱਜਾ, ਕਹਿੰਦਾ ਕਿੱਧਰ ਜਾਂਦਾ ਹੋਏ? ਉਹ ਮੇਰੀ ਫੌੜੀ ਹੈ, ਮੇਰਾ ਪਾਣੀ ਦਾ ਪਾਤਰ ਹੈ, ਮੇਰਾ ਲੰਗੋਟਾ ਹੈ। ਕਹਿੰਦੇ ਓਏ ਇਹਨਾਂ ਦਾ ਹੰਕਾਰ ਕਰਦਾ, ਇਹਨਾਂ ਦਾ ਹੰਕਾਰ। ਆਹ ਵੇਖ ਮੈਂ ਬੈਠਾ, ਮੇਰੇ ਸੋਨੇ ਦੀ ਡੋਡੀਆਂ ਮਚਰੀਆਂ, ਤੂੰ ਇਹਨਾਂ ਦਾ ਹੰਕਾਰ ਕਰਦਾ ਓਏ? ਢੇਲਾ ਜਾ ਹੋ ਗਿਆ। ਕਹਿੰਦੇ ਮੇਰੇ ਅੰਦਰ ਜੜੀਆਂ ਹੋਈਆਂ ਚੀਜ਼ਾਂ, ਇਹ ਤਾਂ ਮੈਂ ਕੀ ਰਚਨਾ ਹੈ, ਇਹ ਨਾਲ ਲੈ ਕੇ ਜਾਣੀਆਂ। ਤੁਸੀਂ ਕਿਵੇਂ ਨਿਰਲੇਪ ਰਹਿੰਦੇ ਹੋ? ਕਹਿੰਦੇ ਵਾਹਿਗੁਰੂ ਦੀ ਕਿਰਪਾ ਇਹਨਾਂ ਤੇ ਅਸੀਂ ਮੇਰ ਨਹੀਂ ਕਰਦੇ, ਸੰਜਾਵਟਾਂ ਨੂੰ ਕੋਈ ਚੰਗੀ ਨਹੀਂ ਸਮਝਦੇ, ਇੱਥੇ ਹੀ ਛੱਡ ਛੁੱਟ ਕੇ ਚਲੀ ਜਾਣਾ। ਕਹਿੰਦੇ ਉਪਦੇਸ਼ ਦੇ, ਕਹਿੰਦੇ ਉਪਦੇਸ਼ ਦਿਆਂਗੇ, ਮਨ ਨੂੰ ਰੋਕ। ਤੁਸੀਂ ਕਿਵੇਂ ਰੋਕਦੇ ਹੋ? ਕਹਿੰਦੇ ਸਾਨੂੰ ਹਮ ਭਾਵਨੀ ਰਾਜ ਭਾਗ ਦਾ ਖਜ਼ਾਨੇ ਦਾ ਇਹਨਾਂ ਦਾ। ਅੱਛਾ, ਮੈਨੂੰ ਉਪਦੇਸ਼ ਦੇ ਦਿਓ। ਕਹਿੰਦਾ ਜੀ ਕਰ ਲੈ ਜੱਗ, ਜੱਗ ਕਰਕੇ ਨਾ ਫੇਰ ਤੈਨੂੰ ਉਪਦੇਸ਼ ਦਿਆਂਗੇ। 7 ਵਜਨ ਜੀ। ਜੱਗ ਕੇ ਖੁੱਲਾ ਡੁੱਲਾ, ਇਹਨੂੰ ਜਿੱਥੇ ਜਾ ਕਰ ਲੈ ਬਾਹਰ ਕੰਧ ਦੇ ਕੋਲ ਖੜਾ ਕਰਤਾ, ਇੱਥੇ ਖੜ ਜਾ। ਸ਼ਗਨ ਵਾਲਿਆਂ ਨੂੰ ਆਖਿਆ ਪਤਨਾ ਇੱਥੇ ਸਿੱਟੇ ਚਲੋ। ਆ ਲੁਕ ਗਿਆ। ਜੋਠਣ ਜੋਠ ਪਰੀ ਸਿਰ ਉੱਪਰ, ਖਿਨ ਮਨਵਾ ਨਾ ਡਲਾਵੇ ਗੋ। ਜੋਠਣ ਤੋਂ ਸਿਰ ਮਨ ਤਿਲ ਮਨਵਾ ਨਾ ਡਲਾਵੇ ਗੋ, ਤਿਲ ਮਾਤਰ ਵੀ ਭੋਰਾ ਵੀ। ਫਿਰ ਇਹਨੂੰ ਰਲਾਇਆ। ਕਹਿੰਦੇ ਚੰਗਾ ਹੁਣ, ਕਹਿੰਦੇ ਇਉਂ ਕਰ ਬਈ, ਥਾਲ ਵਿੱਚ ਤੇਲ ਪਾਤਾ ਨਕੋ ਨਕੀ, ਇਸ ਨੂੰ ਲੈ ਜਾ ਮਥੁਰਾ ਜਨਕਪੁਰੀ ਵਿੱਚ। ਖੇਡਾਂ ਬੜੀ ਰਾਤੀਆਂ ਪਹਿਲਵਾਨ ਦੇ ਕੋਲ, ਨਟਾਂ ਦੇ ਤਮਾਸ਼ੇ, ਬੜਾ ਕੋਈ ਹੋਰ ਕੁਝ ਕਰਦਾ। ਇਹ ਥਾਲ ਨਹੀਂ ਜਾ ਰਿਹਾ ਹੈ। ਸੁਖਦੇਵ ਖਹਿ ਖਹਿ ਕੇ ਲੋਕ ਲੱਗਦੇ, ਖਹਿ ਖਹਿ ਕੇ ਦੇ ਨਾਲ, ਪਰ ਬਚਾ ਬਚਾ ਕੇ ਤੁਰਿਆ ਜਾ ਰਿਹਾ ਹੈ। ਆ ਗਿਆ। ਕਹਿੰਦੇ ਕੀ ਕੋ ਦੇਖਿਆ? ਪਹਿਲਵਾਨਾਂ ਦੇ, ਨਟਾਂ ਦੇ ਹੋਰ। ਕਹਿੰਦੇ ਜੇ ਦੇਖਦਾ ਫਿਰ ਤਾਂ ਡੁੱਲ ਜਾਣਾ ਸੀ। ਦੇਖਿਆ ਵੀ ਹੁਣ ਅਧਿਕਾਰੀ ਹੈ, ਤਾਂ ਇਹਨੂੰ ਉਪਦੇਸ਼ ਬਖਸ਼ਿਆ ਸੀ। ਮਨ ਤੇ ਜਾਏ ਗੁਮਾਨ, ਇਸ ਸੰਗਤ ਵਿੱਚ ਮਿਟਦਾ ਗੁਮਾਨ। ਬਾਹਰ ਨਹੀਂ, ਬਾਹਰ ਤਾਂ ਵੱਧਦਾ ਹੈ, ਸੰਗਤ ਕਰਨ ਤੋਂ ਇਹ ਮਨ ਦਾ ਫਰੇਮਾ ਜਿਹਾ ਇਹ ਦੂਰ ਹੁੰਦਾ ਹੈ। ਕਾਮ ਕ੍ਰੋਧ ਨਾ ਮੋਹੀਐ। ਕਾਮ ਨੇ ਬੜੀ ਦੁਰਦਸ਼ਾ ਕੀਤੀ। ਡੇਂਗੀ ਸਿੰਘੀ ਦੀ ਵਰਗਾਂ ਨੂੰ ਮਿੱਟੀ ਵਿੱਚ ਮਿਲਾਤਾ, ਉਹ ਸਵਰਗ ਦੇ ਦੇਵਤਾ ਨੂੰ ਕਲੰਕੀ ਬਣਾਤਾ, ਉਹ ਨਾਰ ਤੇ ਬਾਂਦਰ ਦੇ ਮੂੰਹ ਲਵਾਤਾ, ਇੰਦਰ ਦੇਵਤੇ ਨੂੰ 1000 ਭਗਾਂ ਦਾ ਸ਼ਰਾਬ ਕੋੜੀਆ ਬਣਾਤਾ। ਬੜੇ ਪ੍ਰਵੇਸ਼ ਹੋ ਗਏ। ਇਸ ਕਾਮ ਨੇ ਬ੍ਰਹਮ ਦੇ 4 ਮੂੰਹ ਲਾਤੇ। ਉਹ ਵਿਸ਼ਨੂੰ ਭਗਵਾਨ ਨੂੰ, ਜਲੰਧਰ ਦੈਤ ਬਿੰਦਰ ਰਾਖਣ ਦੀ ਘਰ ਵਾਲੀ ਸੀ, ਉਹਨੂੰ ਕਹਿੰਦੇ ਮਰਦਾ ਨਹੀਂ, ਬੜਾ ਜ਼ੋਰ ਲਾਇਆ ਇਹਨਾਂ ਕ੍ਰਿਸ਼ਨ ਵਗੈਰਾ ਨਾਲ, ਦੇਵਤਿਆਂ ਨੇ, ਮਰਦਾ ਨਹੀਂ ਸੀ ਉਹ। ਕ੍ਰਿਸ਼ਨ ਕਹਿੰਦਾ ਮੇਰੇ ਤਾਂ ਬਲਵਾਨ ਹੈ,
ਵਿਸ਼ਨੂੰ ਭਗਵਾਨ ਜੀ ਤੁਸੀਂ ਇਹਦਾ ਕੋਈ ਕਰੋ। ਉਹ ਪਤੀ ਵਰਤ ਵਾਲੀ ਪ੍ਰਿੰਦਰ ਆਖਣੀ ਸਤੀ ਸੀ। ਇਹ ਉਹਦਾ ਜਲੰਧਰ ਦਇਆ ਦਾ ਰੂਪ ਧਾਰ ਕੇ ਉਹਦਾ ਸਤਿਭੰਗ ਕਰਤਾ। ਉਹਨੇ ਅਨੁਭਵ ਜਿਹਾ ਕੀਤਾ, ਕਹਿੰਦੇ ਬੱਲੇ ਬੱਲੇ ਹੋਏ ਮੇਰਾ ਸਤਿਭੰਗ ਕਰਤਾ, ਸ਼ਰਾਪ ਦੇਤਾ। ਅੱਛਾ ਗੰਦਗਾ ਨਦੀ ਦਾ ਪੱਥਰ ਬਣ, ਤੂੰ ਤੁਲਸੀ ਉਮਰੇ ਤੇ ਜਿਹੜੀ ਚੀਟੀ ਧਾਰੀ ਹੁੰਦੀ ਹੈ, ਗਿਟਕੀ ਜਿਹੀ ਹੁੰਦੀ ਹੈ, ਗਲ ਵਿੱਚ ਪਾਈ ਫਿਰਦੇ ਕੋਈ ਕਰਦੇ ਹਨ। ਇਹ ਜੇ ਵੱਡੇ ਵੱਡਿਆਂ ਨੂੰ ਵੀ ਇਹਨਾਂ ਖਾਕ ਵਿੱਚ ਮਿਲਾਤਾ। ਐਸਾ ਕਾਮ ਹੈ ਸਿੰਘੀ ਰਿਖ, ਜਿਹਨੇ ਕੋਈ ਔਰਤ ਦਾ ਮੂੰਹ ਦੇਖਿਆ ਹੀ ਨਹੀਂ ਸੀ, ਔਰਤ ਦਾ ਰੂਪ ਰੰਗ ਦੇਖਿਆ ਹੀ ਨਹੀਂ ਸੀ। ਕਿਸੇ ਰਾਜੇ ਦੇ ਇਲਾਕੇ ਵਿੱਚ ਬਾਰਖਾਂ ਦੀ ਔੜ ਪੈ ਗਈ ਤਕੜੀ ਹੈ। ਕਿਸੇ ਸਿਆਣੇ ਪੁੱਛਿਆ, ਕਹਿੰਦੇ ਬਈ ਬਾਰਖਾਂ ਦੀ ਔੜ ਪੈ ਰਹੀ, ਬੁਰਾ ਹਾਲ ਹੈ। ਉਹ ਕਹਿੰਦੇ ਇੱਕ ਸਿੰਘੀ ਰਿਖ ਪਰਮਾਤਮਾ ਹੈ, ਹਰਨ ਦੇ ਪੇਟੋਂ ਹੀ ਜੰਮਿਆ ਉਹ, ਉਹਨੇ ਔਰਤ ਦਾ ਮੂੰਹ ਮੱਥਾ ਨਹੀਂ ਦੇਖਿਆ, ਜਤੀ ਹੈ ਬੜਾ ਤਕੜਾ। ਕਹਿੰਦੇ ਲਿਆਓ, ਕੋਈ ਡਰ ਗਏ, ਕਹਿੰਦੇ ਸ਼ਰਾਪ ਦੇਤਾ ਭਸਮ ਹੋ ਜਾਵਾਂਗੇ। ਇੱਕ ਬੇਸਵਾ ਨੇ ਬੇੜਾ ਚੁੱਕਿਆ, ਰਾਜਾ ਮੈਂ ਲਿਆਂਦੀ ਐ ਪਰ ਅੱਧਾ ਰਾਜ ਲੈ ਲਾਂਗੇ। ਕਹਿੰਦੇ ਲਿਆ ਚੱਲ। ਮਾਂਡਵ ਦੇਖੀ, ਇਹਦਾ ਪਾਲਕ ਪਿਤਾ ਸੀ ਪਾਲਕ, ਇਹ ਤਾਂ ਹਰਨੇ ਦਾ ਜੰਮਿਆ ਸੀ। ਉਹ ਬਾਹਰ ਗਿਆ ਸੀ, ਬਾਹਰ ਤਪ ਕਰਤਾ ਸੀ, ਉਹ ਵੀ ਬਹੁਤ ਤਗੜਾ, ਗਹਿਣੇ ਪਾਏ ਹੋਏ ਸੀ। ਸਖੀ ਸਹੇਲੀਆਂ ਲੈ ਕੇ ਆ ਗਈ ਬੇਸੁਹਾ। ਇਹ ਵੇ ਆਹ ਕੀ ਆ ਤੁਹਾਡੇ ਮੱਥੇ ਚਮਕਦੇ? ਕਹਿੰਦੇ ਅਸੀਂ ਬ੍ਰਹਮਪੁਰੀ ਦੇ ਦੇਵਤੇ ਹੈ, ਬ੍ਰਹਮਪੁਰੀ ਨਿਵਾਸੀ ਹੈ, ਸਾਡਾ ਜਪ ਤਪ ਦਾ ਬਲ ਕਰਕੇ ਚਿਹਰਾ ਚਮਕਦਾ ਹੈ। ਕਹਿੰਦੇ ਤੁਹਾਡੇ ਫਲ ਫੁੱਲ ਜਦੋਂ ਮਠਿਆਈਆਂ ਗੁਲਾਬ ਜਾਮੁਨ ਇਹ ਖਲਾਈਆਂ, ਕਹਿੰਦੇ ਮੈਨੂੰ ਨਾਲ ਲੈ ਜਾਓ। ਨਾਲ ਲੈ ਗਈਆਂ। ਰੱਬ ਬਖਸ਼ ਹੈ, ਵਿਚਾਰ ਵੀ ਆਉਂਦੀ ਕਥਾ ਵੀ ਇਹਦੀ। ਉਹ ਜਾਂਦੇ ਜਾਂਦੇ ਦੇ 13 ਜਵਾਕ ਬਣ ਗਏ। ਕਿਸ ਨੂੰ ਉਂਗਲੀ ਨਾਲ ਆ, ਕਿਸੇ ਨੂੰ ਮੋਢੇ ਤੇ ਚੁੱਕੇ, ਅੱਗੇ ਚਾਰੇ ਕੋਈ ਪਿਛਾਂ ਚਲੇ ਗਿਆ। ਜੋ ਵਰਖਾ ਸ਼ੁਰੂ ਹੋਈ ਹਟਦੀ ਨਹੀਂ, ਕੱਚੇ ਮਕਾਨ ਤੇ ਬੁਰਾ ਹਾਲ ਹੋ ਗਿਆ। ਉਹ ਕਹਿੰਦੇ ਇਹਨੂੰ ਬਾਬਾ ਇੱਥੋਂ ਕੱਢੋ। ਵਿਸ਼ਵਾ ਨੇ ਫਿੱਟ ਲਾਹਨਤ ਪਾਈ, ਤਰਕਾਰ ਹੈ ਤੇਰਾ, ਬੜਾ ਜਪਤਾ ਕਰਦਾ, ਬੜਾ ਪੇਟ। ਉਹ ਕਿੱਥਾ ਦੇ ਨਿਗਰਦਾਤ ਹੋਏ, ਭੱਜਿਆ ਸੀ। ਇਹ ਜਿਹੇ ਦੇਖ ਲਓ ਸਿੰਘੀ ਰਿਖ ਵਰਗਿਆਂ ਨੂੰ ਇੰਨਾ ਕਲੰਕਿਤ ਕਰਤਾ। ਕ੍ਰੋਧ ਕ੍ਰੋਧ ਬੜੀ ਬਲਾ ਹੈ। ਕ੍ਰੋਧ ਨੇ ਪਰਵੇਸ਼ ਹੋ ਕੇ ਰਿਸ਼ੀਆਂ ਵਿੱਚ, ਜਿਵੇਂ ਦਰਵਾਸਾ ਰਿਸ਼ੀ ਹੋਇਆ ਉਹਦੇ ਪਰਵੇਸ਼ ਹੋ ਗਿਆ। ਸਾਹਮਣੇ ਕ੍ਰਿਸ਼ਨ ਦੇ ਮੋਢੇ ਨੇ ਸ਼ਰਾਰਤ ਕੀਤੀ, ਕੁਛ ਕੋਈ ਵਿਵਿਧਾ ਬਣਾ ਕੇ ਹੋ ਜਾ ਗਰਭ ਵਾਲਾ ਹੋ ਰਿਹਾ, ਕੋਈ ਟੇਚਰ ਕਰਤੇ, ਇਹਨਾਂ ਹਟਾਇਆ ਹਟਾ ਨਹੀਂ। ਗੁੱਸਾ ਕਹਿੰਦਾ ਉਹ ਜੰਮੂਗਾ ਜਿਹੜੀ ਤੇਰੇ ਕੋਲੋਂ 5 ਕਰੋੜ ਗਰ ਕਰਤੇ। ਕ੍ਰੋਧ ਨੇ 10 ਪਰਚਾ ਨੇ, 10 ਪਰਜਾ ਪਤ ਹੈ ਇੰਦਰ ਦੀ ਡਿਗਰੀ ਤੋਂ ਹੇਠਾਂ ਥੋੜਾ ਜਿਹਾ। ਉਹਨੇ ਆਪਣੀ ਬੇਟੀ, ਕਹਿੰਦੇ ਤੂੰ ਸਾਧੂ ਮਹਾਤਮਾ ਰਿਖੀ ਹੈ, ਮੈਂ ਬੇਟੀ ਤੈਨੂੰ ਸੇਵਾ ਕਰਨ ਵਾਸਤੇ ਦਿੰਦਾ ਹੈ। 100 ਗਲਤੀ ਹੋ ਜਾਵੇ ਦੇਖੀ ਕਿਤੇ, ਤੇਰਾ ਬਹੁਤ ਖਰਾਬ ਜਿਹਾ ਸੁਭਾਅ ਹੈ। ਕ੍ਰੋਧੀ ਜਾ, ਮੇਰੀ ਬੇਟੀ ਨੂੰ ਦੇਖੀ ਕਿਤੇ ਭਸਮ ਨਾ ਕਰਦੀ। ਕਹਿੰਦੇ 100 ਗਲਤੀਆਂ ਮੈਂ ਖਿਮਾ ਕਰ ਦੂੰਗਾ, ਜਦੋਂ 100 ਤੇ ਵੱਧ ਹੋ ਗਈ ਫਿਰ ਤਾਂ ਤੂੰ ਮੇਰਾ ਕੰਮ ਜਾਣਦਾ ਹੀ, ਮੈਂ ਕਰ ਦਿੰਦਾ ਹੁੰਦਾ ਇਸ ਤਰ੍ਹਾਂ। ਉਹੀ ਗਿਣ ਗਿਆ, ਉਹੀ ਫਜੂਲ ਜੀਆਂ ਨਕੰਮੀ ਜਿਹੀਆਂ ਗਲਤੀ, ਕੋਈ ਗਲਤੀ ਹੈ ਨਹੀਂ ਜਾ ਸਭ ਰੱਖਣ ਵਾਲੀ ਸੀ। ਹੋ ਜਾ ਭਸਮ, ਭਸਮ ਕਰਤੀ। 10 ਪਰਜਾਪਤ ਨੇ ਆਖਿਆ ਓਏ ਉਹ ਕ੍ਰੋਧੀਆ ਓਏ, ਤੇਰੀ ਨਰਾਦਰੀ ਹੋਵੇਗੀ, ਨਰਾਦਰੀ
ਇਹਨੇ ਫਿਰ ਪੰਗਾ ਲੈ ਲਿਆ। ਉਲਟਾ ਜਾਹੀ ਕ੍ਰੋਧੀ ਨੇ ਜਿਹੜਾ ਅਮਰੀਕ ਰਾਜਾ ਹੋਇਆ ਬੜਾ ਪੁੰਨੀਦਾਨੀ ਸੀ, ਧਰਮਾਤਮਾ ਸੀ। ਉਹ ਕਹਿੰਦੇ ਮੈਂ ਰਿਸ਼ੀ ਮਹਾਤਮਾ, ਮੈਂ ਕ੍ਰਿਸ਼ਨ ਦਾ ਗੁਰੂ। ਉਹ ਬੱਲੇ ਬੱਲੇ ਦੀ ਪ੍ਰਭਤਾ ਬੜੀ ਹੈ। ਆਪੇ ਉਹਦੇ ਘਰ ਜਾ ਵੜਿਆ। ਉਹਨੇ ਕੁਦਰਤ ਹੀ ਆਕਾਸ਼ੀ ਵਰਤ ਰੱਖਿਆ ਹੋਇਆ ਸੀ। ਆਖਿਆ ਧਰਮਾਤਮਾ ਤੁਸੀਂ ਰਾਵ ਸਭੀ ਆ ਗਏ, ਵਰਤ ਖਿਲਾ ਦਿਓ ਮੇਰਾ। ਕਹਿੰਦੇ ਚੰਗਾ, ਮੈਂ ਇਸ਼ਨਾਨ ਕਰਕੇ ਆਵਾਂਗਾ, ਵਰਤ ਖਿਲਾ ਦਿਆਂਗਾ। ਜਿਉਂ ਜਾਣ ਕੇ ਗਿਆ, ਆਇਆ ਨਹੀਂ ਜਾਣ ਕੇ ਹੀ। ਅੱਗੇ ਦਵਾਸ ਲੱਗਣੀ ਸੀ, ਖੰਡਨ ਹੋ ਜਾਣਾ ਸੀ। ਅਮਰੀਕ ਰਾਜ ਨੇ ਰੱਬ ਦੇ ਪੈਰਾਂ ਤੇ ਜਿੰਮੇ ਦਾ ਹੁੰਦਾ, ਚਨਾਬ ਜ਼ਿਲ੍ਹੇ ਦੇ ਠਾਕਰ ਦੇ ਹੋ ਰਹੇ। ਉਹ ਕੁਝ ਕਰਕੇ ਵਰਤ ਖੋਹ ਲਿਆ ਆ ਗਿਆ। ਕਿਉਂ ਸੱਦਾ ਸੀ ਮੈਨੂੰ? ਕਿਉਂ ਵਰਤ ਖੋਲਿਆ ਤੂੰ? ਇਹ ਕਮਾਈ ਵਾਲਾ ਰਾਜਾ ਸੀ, ਪੁੰਨੀਦਾਨੀ ਸੀ, ਕੋਈ ਰੱਬ ਵਾਲੇ ਪਾਸੇ ਲੱਗਿਆ ਹੋਏ ਸੀ। ਉਹ ਆਣ ਕੇ ਅਰਦਾਸ ਕੀਤੀ, ਮਹਾਰਾਜ ਇਹ ਜਾਣ ਬੁੱਝ ਕੇ ਆਪੇ ਤਾਂ ਆਇਆ ਨਹੀਂ, ਇਹ ਮੇਰੇ ਦੁਆਲੇ ਹੋ ਗਿਆ, ਬਚਾਓ। ਇਹ ਕਹਿੰਦਾ ਭਗਤੀ ਖਰਤ ਕਰਦੇ ਨੇ। ਭਗਵਾਨ ਨੇ ਅਰਦਾਸ ਸੁਣ ਕੇ ਸੁਦਰਸ਼ਨ ਚੱਕਰ 14 ਰਤਨਾਂ ਵਿੱਚੋਂ ਨਿਕਲਿਆ। ਸਦਾ ਬੜਾ ਅੱਗ ਦੀ ਲਾਟ ਹੈ, ਬੜਾ ਤੇਜ਼ ਹੈ, ਵਿਸ਼ਨੂੰ ਦਾ ਹਥਿਆਰ ਹੈ। ਵਿਸ਼ਨੂੰ ਇਹਦੇ ਮਗਰ ਲਾਤਾ, ਸੇਕ ਵੱਜਦਾ ਹੈ। ਭੱਜਿਆ ਬ੍ਰਹਮਪੁਰੀ ਬ੍ਰਹਮ ਕਹਿੰਦਾ ਓਏ ਤੂੰ ਰੱਬ ਦੇ ਪਿਆਰੇ ਸਾਧੂ ਦਾ ਸਰਾਫਿਆ, ਬ੍ਰਹਮਪੁਰੀ ਫੂਕਣੀ ਆ। ਸਿਵਕਲਾਸ ਤੇ ਗਿਆ, ਓਏ ਮੇਰਾ ਸਿਵਕਲਾਸ ਫੂਕਣਾ, ਤੂੰ ਇੱਥੋਂ ਚੱਲ, ਭੱਜ ਇੱਥੇ ਤੂੰ। ਅਖੀਰ ਤੇ ਕੋਈ ਦੇਵਤਾ ਇਹਨੂੰ ਰੱਖ ਨਹੀਂ ਸਕਿਆ, ਕੋਈ ਵੀ। ਜਿੰਨੇ ਸੁਦਰਸ਼ਨ ਚੱਕਰ ਕਹਿੰਦੇ ਉਹਦੇ ਕੋਲ ਜਾ, ਆ ਗਿਆ। ਜਿੰਨੇ ਲਵਾਇਆ, ਵਿਸ਼ਨੂੰ ਆਖਿਆ ਮੈਂ ਨਹੀਂ ਤੈਨੂੰ ਛੱਡਦਾ। ਜਿੰਨੇ ਲਵਾਇਆ ਉਹ ਤੋਂ ਮਾਫੀ ਮੰਗ, ਜੇ ਆਖੂਗਾ ਤਾਂ ਹਟਾਣਾ। ਮਾਰੀ ਦਾ ਅਮਰੀਕ ਛਡਾਇਆ, ਜਿਹਦੇ ਨਾਲ ਈਰਖਾ ਕਰਕੇ ਸੁਦਰਸ਼ਨ ਚੱਕਰ ਅਰਦਾਸ ਕਰ ਤੋਂ ਲੱਗਿਆ, ਉਹਦੀ ਚਰਨੀ ਪਿਆ ਤਾਂ ਬਖਸ਼ਿਆ ਸੀ। ਇਸ ਤਰ੍ਹਾਂ ਜਿਹੜਾ ਕ੍ਰੋਧ ਹੈ, ਕ੍ਰੋਧ ਬਹੁਤ ਬੁਰੀ ਬਲਾ ਹੈ। ਕੋਦਾ ਕੁਝ ਕਰ ਦਿੰਦਾ, ਮਰ ਜਾਂਦਾ, ਜਾਂ ਚਿਖਾ ਵਿੱਚ ਜਾਂ ਅੰਦਰ ਜੇਲ੍ਹਦੇ ਹੋ ਜਾਂਦਾ। ਕ੍ਰੋਧ ਇੱਕ ਬਹੁਤ ਤਿੱਖੀ ਚੀਜ਼ ਹੈ, ਬਹੁਤ ਭਿਆਨਕ ਚੀਜ਼ ਹੈ, ਮਾੜੀ। ਇਹ ਸੰਗਤ ਕਰਨ ਤੋਂ ਹੌਲੀ ਹੌਲੀ ਕ੍ਰੋਧੀ ਸੁਭਾਅ ਹਟਦਾ, ਹੌਲੀ ਹੌਲੀ। ਉੱਥੇ ਔਗਣ ਸੁੱਟਿਆ ਖੜੇ ਕਿਚੇ, ਇੱਥੇ ਸਾਰੇ ਔਗਣ ਕਾਂਪਰੂ, ਸਾਰੇ ਹੌਲੀ 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 ਸੰਗਤ ਕਰਦੇ ਹਾਂ। ਇਹ ਕ੍ਰੋਧ ਫਿਰ ਨੀਂਦ ਵਾਸਤੇ ਇਹ ਸੇਵਾਦਾਰ ਬਣਦਾ, ਫਿਰ ਉਸ ਪਾਸੇ ਲੱਗ ਜਾਂਦੇ ਨੇ, ਸੰਗਤ ਵਿੱਚ ਵਸ ਹੁੰਦੇ ਹਨ। ਇਹ ਬਲਾਵਾਂ ਨਾ ਮੋਹੀ ਹੈ, ਇਹ ਮੋਹਤ ਨਹੀਂ ਕਰਦੇ, ਅਸਰ ਨਹੀਂ ਕਰਦੇ, ਆਪਣਾ ਅਸਰ ਨਹੀਂ ਪੈਂਦਾ, ਆਪਣੇ ਮਗ ਲਾ ਕੇ ਪੁੱਠੇ ਕੰਮ ਨਹੀਂ ਕਰਾ ਸਕਦੇ। ਦੂਤ ਸੰਗਤ ਵਿੱਚ ਵਸ ਹੁੰਦੇ ਹਨ। ਬਿਨ ਸੈ ਲੋਭ ਸੁਆਨ, ਬਿਨ ਸੈ ਲੋਭ ਸੁਆਨ। ਕੁੱਤੇ ਦਾ ਰੂਪ ਬਣਾ ਹੁੰਦਾ, ਜਿਵੇਂ ਹਲਕਾ ਕੁੱਤਾ ਹੁੰਦਾ ਨਾ, ਦਾ ਭੱਜਿਆ ਫਿਰਦਾ, ਦਾ ਭੱਜਿਆ ਫਿਰਦਾ, ਭੱਜਿਆ ਦੌੜੇ ਫਿਰਦਾ, ਖਚਤ ਹੋਈ ਜਾਂਦਾ ਹੈ, ਮੂੰਹ ਝੱਗ ਜਾਂਦੀ ਹੈ, ਪਾਣੀ ਤੋਂ ਡਰਦਾ ਹੈ, ਪਹੁੰਚ ਛੇਤੀ ਹੈ, ਆਪਣਾ ਪਰਾਇਆ ਨਾ ਪਛਾਣੇ, ਖਸਮ ਧੱਕੇ ਖਾਏ। ਜਿਵੇਂ ਕੁੱਤਾ ਵਾਲੀ ਵਾਰਸਾਂ ਨੂੰ, ਦੁੱਧ ਪਿਲਾਉਣ ਵਾਲਿਆਂ ਨੂੰ, ਰੋਟੀ ਖਿਲਾਉਣ ਵਾਲਿਆਂ ਨੂੰ, ਉਹਨਾਂ ਵੀ ਚੱਕ ਵੱਢਦਾ। ਇਸ ਤਰ੍ਹਾਂ ਜਿਹੜਾ ਜੀਵ ਹੈ ਹਲਕਾ ਹੋਇਆ ਲੋਭੀ, ਇਹ ਆਪਣਾ ਪਰਾਇਆ ਨਹੀਂ ਜਾਣਦਾ, ਹੱਥ ਸਿੱਧਾ ਰਹਿੰਦਾ, ਹਰੇਕ ਨੂੰ ਕੱਟਣ ਨੂੰ। ਮਾਂ ਦੇ ਗਹਿਣੇ ਗੁਣੇ ਹੋਣ, ਕਈ ਵਾਰ ਮਾਂ ਦਾ ਗਲ ਘੋਟ ਗਈ, ਖੋਹ ਲੈਂਦਾ, ਭੈਣ ਨੂੰ ਪਰਵਾਹ ਨਹੀਂ ਕਰਦਾ ਉਹਦੇ ਗਹਿਣੇ। ਉਹ ਪਿਓ ਦੇ ਵੀ ਦੁਸ਼ਟਤਾ ਹੀ ਕਰਦਾ,
ਪਿਓ ਤੋਂ ਵੀ ਝਪਟ ਲਾਉਂਦਾ, ਜੇ ਨਾਲ ਕਿਰਪਾਨ ਚਲਾਉਂਦਾ, ਐਸਾ ਹੈ ਬਹੁਤ ਬੁਰੀ ਬਲਾ ਹੈ। ਜਿਹੜਾ ਲੋਭ ਹੈ, ਬਿਨਸੈ ਲੋਭ ਸੁਆਨ, ਕੁੱਤੇ ਦਾ ਸੁਭਾਵ ਧਾਰ ਲੈਂਦਾ। ਪਾਣੀ ਤੋਂ ਡਰਦਾ ਕੁੱਤਾ, ਸੰਗ ਤੋਂ ਡਰਦਾ ਲੋਭੀ ਬੰਦਾ। ਪੂੰਛ ਦੀ ਵਾਂਗ ਬਿਰਤੀ ਸਿੱਧੀ ਰਹਿੰਦੀ ਹੈ, ਹਰ ਇੱਕ ਤੋਂ ਮੰਗੀ ਜਾਂਦਾ ਮੰਗੀ ਜਾਂਦਾ। ਮੂੰਹ ਤੋਂ ਝੱਗ ਸਿੱਟਦਾ ਹੈ, ਜਿੱਥੇ ਕੋਈ ਸੇਵਾ ਹੋ ਜਾਵੇ ਸਿਫਤ, ਜਿੱਥੇ ਨਾ ਨਿੰਦਿਆ ਦੀ ਝੱਗ ਬੜੀ ਸਿੱਟਦਾ। ਇਹ ਸੰਗਤ ਵਿੱਚ ਆਉਣ ਤੋਂ ਸੰਗਤ ਕਰ ਸੰਤੋਖ ਮਾਣ ਪਾਇਆ। ਸੰਗਤ ਕਰਦਿਆਂ ਕਰਦਿਆਂ ਸੰਤੋਖ ਅਸਲੀ ਚੀਜ਼ ਮਿਲ ਜਾਂਦੀ ਹੈ। ਉੱਥੇ ਫਿਰ ਸੰਤੋਖ ਹੋਣ ਤੋਂ ਆ ਕੁੱਤੇ ਵਾਲਾ ਸੁਭਾਵ ਲੋਭ ਨਾਸ ਹੋ ਜਾਂਦਾ ਹੈ। ਸੱਚੈ ਮਾਰਗ ਚੱਲਦਿਆ ਉਸਤਤ ਕਰੇ ਜਹਾਨ, ਸੱਚਾ ਮਾਰਗ ਅਸਲੀ ਮਾਰਗ, ਪਵ ਦੀ ਸਹਿਜ ਗਿਆਨ। ਸੱਚਾ ਮਾਰਗ ਸੰਗਤ ਜੀ, ਅੰਮ੍ਰਿਤ ਛਕ ਕੇ ਸੱਚਾ ਮਾਰਗ ਰਸਤਾ ਮਿਲਦਾ ਹੈ। ਅੰਮ੍ਰਿਤ ਛਕ ਲਿਆ, ਅਗਰ ਜੋਠ ਦੂਰ ਹੋ ਗਈ, ਉਹਦੇ ਕੇ ਘਾਲਣਾ, ਨਿਤਨੇਮ ਅਭਿਆਸ ਕਰਨਾ, ਸੱਚੇ ਮਾਰਗ ਤੇ ਚੱਲਦਾ। ਪੰਥਾ ਪ੍ਰੇਮ ਭੁੱਲੀ ਫਿਰੈ ਗਵਾਰ, ਨਾਨਕ ਹਰਿ ਪਾਉਂਦੇ ਨਰਕ ਅੰਧਿਆਰ। ਸੱਚਾ ਮਾਰਗ ਆ ਹੈ ਸੰਗਤ ਦਾ। ਅਸਲੀ ਮਾਰਗ ਸਹਿਜ ਗਿਆਨ ਭਗਤੀ ਹੈ। ਸੱਚੇ ਮਾਰਗ ਚੱਲਦਿਆਂ ਬਰਾਬਰ ਦੀ ਕਿਰਪਾ ਹੁੰਦੀ ਹੈ। ਇੱਕ ਉਹ ਤੋਂ 500 ਗੁਰਾਂ ਤੇ ਮਲਤ ਜਮ ਤਰਾਸ ਮਿਟਾਈ। ਇਹ ਅਸਲੀ ਸੱਚਾ ਮਾਰਗ। ਸੱਚੇ ਮਾਰਗ ਚੱਲਦਿਆਂ ਉਤ ਕਰੇ ਜਹਾਨ। ਸਾਰਾ ਹੀ ਬੜਾ ਭਜਨੀਕ ਹੈ, ਬੜਾ ਚੰਗਾ ਹੈ, ਬੜਾ ਅੱਛਾ ਹੈ। ਸਿਫਤ ਕਰਦੇ ਸਿਫਤ, ਪਰ ਉਹ ਰੱਬ ਦੇ ਪ੍ਰੇਮੀ ਜਿਹਨੂੰ ਸਿਫਤ ਕਰਦੇ ਆ, ਜਿਨ੍ਹਾਂ ਸਾਖ ਰਾਸਨਾ ਵਿਸਰਾਰ ਨਾਮਾ ਮਨ ਮਤ ਤਨ ਸੇ ਸਹੀ ਨਾਨਕ ਪੂਰਨ ਸੋਈ ਸੰਤ। ਉਹ ਸੰਤ ਸ਼ਾਂਤਮਈ ਰੱਬ ਦੇ ਪਿਆਰੇ, ਜਿਨ੍ਹਾਂ ਤੋਂ ਅਸੀਂ ਕਥਾ ਵਾਰਤਾ ਸੁਣਦੇ ਰਹੇ ਹਾਂ, ਉਹ ਕੀ ਪੰਗਤੀ ਪੜ੍ਹਦੇ। ਸੱਚੈ ਮਾਰਗ ਚੱਲਦਿਆ ਉਸਤਤ ਕਰੇ ਜਹਾਨ। ਉਹਨਾਂ ਦੀ ਸਿਫਤ ਕਰਦੇ ਆ, ਜਲੂਸ ਵੀ ਕੱਢਦੇ ਆ, ਫੁੱਲਾਂ ਦੀ ਵਰਖਾ ਕਰਦੇ ਆ, ਸਤਿਕਾਰ ਕਰਦੇ ਆ। ਪਰ ਉਹ ਸੰਗਤ ਜੀ ਹੰਕਾਰ ਨਹੀਂ ਕਰਦੇ। ਉਹ ਕਹਿੰਦੇ ਤਾਂ ਨਾਮ ਦੀ ਪ੍ਰਭਤਾ ਹੈ। ਪੰਜ ਤੱਤ ਸ੍ਰੀ ਇਹਨਾਂ ਦਾ ਜਿਹੜੇ ਸਿਫਤ ਕਰ ਲਏ, ਸਾਡਾ ਵੀ ਹੈ। ਇਹ ਤਾਂ ਨਾਮ ਦੀ ਹੈ, ਨਾਮ ਦੀ ਪੱਟ ਦਾ ਵਡਿਆਈ ਹੈ। ਇਹ ਨਾਮ ਸਰ ਕੇ ਸਤਿਕਾਰ ਕਰ ਰਹੇ ਆ। ਉਹ ਹੰਕਾਰ ਨਹੀਂ ਕਰਦੇ ਵੀ ਬੱਲੇ ਬੱਲੇ ਮੇਰਾ ਸਤਿਕਾਰ ਹੋ ਰਿਹਾ, ਨਹੀਂ। ਨਾਨਕ ਕਰ ਕੇਵਲ ਨਾਮ ਹੈ ਤਾਂ ਔਖਾ, ਪਰ ਨਾਮ ਦਾ ਸਤਿਕਾਰ ਹੈ। ਨਾਮ ਜਾ ਕੇ ਸਤਿਕਾਰ ਹੁੰਦਾ ਹੈ। ਵੇਖ ਲਓ, ਆਪਾਂ ਨਾਮ ਉਦੇਸ਼ ਲੈ ਤਾਂ ਲਈਏ, ਜਿਵੇਂ ਅਖੀਰਲਾ ਜੰਗ, ਸਾਰੇ ਜੰਗ ਜਿੱਥੇ ਸੀ ਕਲਗੀਧਰ ਸਹਿਣ ਚਾਪੇਦਾ ਨੇ, ਅਖੀਰਲਾ ਥੋੜਾ ਜਿਹਾ ਕਾਂਗੜ ਰਹਿ ਰਹੇ ਹੈ। ਬਜੀਦੇ ਨੂੰ ਪਤਾ ਲੱਗੇ ਬੱਲੇ ਬੱਲੇ ਮੈਨੂੰ ਤਾਂ ਸਾਹਿਬਜ਼ਾਦੇ ਨਿਹਬ ਚ ਨਾ ਤੇ ਮੈਨੂੰ ਦੁਰ ਬੁਰੀ ਤਰ੍ਹਾਂ ਮਾਰਨਗੇ। ਹੁਣ ਫੌਜ ਵੇੜ ਲਈ 10,000, ਕਲਗੀਧਰ ਨੂੰ ਵੀ ਸੀਟ ਹੀ ਮਿਲ ਗਈ। ਕਹਿੰਦੇ ਚਲੋ ਕਰ ਲੈ ਗੁਰਸਿੱਖ ਤਿਆਰ, ਥਾਂ ਭਾਲਦੇ ਆ ਰਹੇ ਆ ਮਾਲਵੇ ਦੀ ਧਰਤੀ ਨੂੰ, ਜਿਹਨੂੰ ਅੰਮ੍ਰਿਤਸਰ ਇਲਾਕਾ ਕਹਿੰਦੇ ਆ।
ਮਾਰੋ ਮਾਰ ਵਾਹੋ ਕਰਦਾ ਡਾ ਮਾਰੋ ਕਾਰ ਕਰਦਾ ਤੁਰਿਆ ਰਿਹਾ। ਇੱਧਰ ਪਤਾ ਲੱਗਿਆ ਮਾਰ ਦੇ ਇਲਾਕੇ ਨੂੰ ਵੀ ਬੱਲੇ ਬੱਲੇ ਇਹ ਤਾਂ ਜੰਗ ਸਾਡੇ ਨੌਜਵਾਨਾਂ ਤੇ ਪੈਣਾ, ਗੁਰੂ ਕੋਲ ਤਾਂ ਫੌਜ ਬਹੁਤ ਘੱਟ ਹੈ। ਬੜਾ ਇਕੱਠ ਕਰ ਲਿਆ, ਨੰਬਰਦਾਰ ਸਰਪੰਚ ਖਰਪੰਚ ਜੇ ਉਹ ਜੇ ਇਕੱਠੇ ਕਰ ਲਏ। ਕਹਿੰਦੇ ਇਉਂ ਕਰੀਏ ਆਪਾਂ ਸੁਲ੍ਹਾ ਸਫਾਈ ਕਰਾ ਦਈਏ। ਕਲਗੀਧਰ ਸਾਹਿਬ ਦੇ ਪਿਤਾ ਜੀ ਜਿਹਦੇ ਨਾਲ ਆ ਗਏ, ਕਾਫੀ ਇਕੱਠੇ ਹੋ ਗਏ। ਮਹਾਰਾਜ ਸਾਡੀ ਬੇਨਤੀ ਕਹਿੰਦੇ ਮਾਰੋ ਮਾਰ ਕਰਦਾ ਪਿੱਛਾ ਆ ਲਿਆ ਫੌਜ, ਅਸੀਂ ਮੁਕਾਬਲਾ ਕਰਨਾ, ਥਾਂ ਲੱਭਦੇ ਛੇਤੀ ਗੱਲ ਕਰੋ। ਮਹਾਰਾਜ ਸਾਡੀ ਬੇਨਤੀ ਹੈ, ਅਸੀਂ ਤਾਂ ਪਰਜਾ ਹੈ, ਮਾਮਲਾ ਪਰਦੇ ਹਾਂ, ਸਿੱਖੀ ਕਮਾਣੀ ਔਖੇ, ਅਸੀਂ ਪਰਜਾ ਹੈ। ਮਹਾਰਾਜ ਤੁਹਾਡੇ ਤੇ ਵਜੀਦੇ ਸੁਲ੍ਹਾ ਸਫਾਈ ਕਰਾ ਦਿੰਦੇ हैं। ਕਹਿੰਦੇ ਅੱਛਾ। ਸਾਡੇ ਪੜਦਾਦੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਤੱਤੀਆਂ ਲੋਹਾਂ ਤੇ ਬਿਠਾ ਕੇ ਕਾਠ ਦੇ ਰਹੇ ਸੀ, ਉਦੋਂ ਕਿਉਂ ਨਹੀਂ ਸੁਲ੍ਹਾ ਸਫਾਈ ਕਰਾਈ? ਸਾਡੇ ਪਿਤਾ ਨੂੰ ਚਾਂਦਨੀ ਚੌਂਕ ਲੋਹੇ ਦਾ ਪਿੰਜਰਾ ਬਣਾ ਕੇ 12 ਵਜੇ ਦਿਨ ਦੇ 12:15 ਸ਼ਹੀਦ ਕਰ, ਉਦੋਂ ਸੁਲ੍ਹਾ ਸਫਾਈ ਨਹੀਂ ਕਰਾਈ। ਹੁਣ ਇਹ ਸਾਰਾ ਸਰਬੰਸ ਚਾਰੇ ਸਾਹਿਬਜ਼ਾਦੇ ਮਾਤਾ ਪਿਤਾ ਨਿਸ਼ਾਵਰ ਕਰਤੇ। ਹੁਣ ਕਿਹੜਾ ਟਾਈਮ ਹੈ, ਹੁਣ ਜੰਗ ਲੜਾਂਗੇ। ਜੇ ਤੁਸੀਂ ਸਿੱਖੀ ਨਹੀਂ ਕਮਾ ਸਕਦੇ, ਲਿਖ ਦਿਓ, ਬਦਾਵਾ ਲਿਖੋ। ਲਿਖਤਾ 200 ਬੰਦਿਆਂ ਨੇ, ਸਰਪੰਚਾਂ ਖਰਪੰਚਾਂ ਨੰਬਰਦਾਰਾਂ ਨੇ, ਚੁਸ ਚਲਾਕਾਂ ਨੇ, ਰਾਜਨੀਤਿਕਾਂ ਨੇ, ਭਾਈ ਮਹਾਂ ਸਿੰਘ ਜੋਧਾ ਵੀ, ਮਾਤਾ ਭਾਗ ਕੌਰ ਵੀ, ਇਹ ਵੀ ਵਿੱਚ ਉਹਨਾਂ ਦੇ ਆਏ ਹੋਏ ਸੀ। ਉਹ ਤੋਂ ਬਦਾਵਾ ਦੇ ਕੇ ਕਿਤੇ ਪੈਰ ਲੱਗਦੇ ਲੱਗਦੇ ਨਹੀਂ, ਹਾਰਾਂ ਨੂੰ ਉੜਦੇ ਉੜਦੇ ਲੰਘੇ। ਮਾਤਾ ਭਾਗ ਕੌਰ ਆਖਣ ਵੀ ਭਰਾਵੋ ਵੀਰੋ, ਉਹ ਤਾਂ ਨਿਗਰੇ ਸੀ, ਬੇਪਿਰੇ ਸੀ, ਗੁਰੂ ਧਾਰਨ ਕੀਤਾ, ਆਪ ਦਾ ਗੁਰੂ ਧਾਰਨ ਕੀਤਾ ਹੈ। ਲਿਖਤ ਬਦਾਵਾ ਲਿਖਿਆ ਗਿਆ, ਕੁਰਬਾਨੀ ਦਿੰਦਿਆਂ ਹੋਇਆਂ ਮਹਾਰਾਜ ਖੁਸ਼ ਹੋ ਜਾਣਗੇ, ਖੁਸ਼ੀ ਲਈਏ। ਮਾਤਾ ਭਾਗ ਕੌਰ ਦੀ ਆ ਆਵਾਜ਼ ਜੋ ਦੀ ਸੁਣ ਕੇ ਮਹਾਂ ਸਿੰਘ ਬਲਵਾਨ ਨੇ ਲਕੀਰ ਬਾਤੇ। ਕਹਿੰਦੇ ਜਿਨ੍ਹਾਂ ਨੇ ਕਲਗੀਧਰ ਦੇ ਜੰਗ ਦੀ ਕੰਮ ਆਣਾ, ਇੱਧਰ ਆ ਜਾਓ। 40 ਨਿਤਰੇ 41ਵੀਂ ਮਾਤਾ ਸੀ। ਵਜੀਦੇ ਦੀ ਫੌਜ ਵਾਹ ਡਾ ਵਾਹ ਮਾਰੋ ਮਾਰ ਕਰਦੀ ਆਈ। ਇਹਨਾਂ ਨੇ ਜਿਵੇਂ ਤੰਬੂ ਲੱਗਿਆ ਹੁੰਦਾ ਕਲਗੀਧਰ, ਇੱਥੇ ਫਾਟੇ ਕਚਹਿਰੇ ਚਾਦਰਾਂ ਜਿਹੀਆਂ ਝਾੜਾਂ ਤੇ ਫਿਰਦੀਆਂ, ਤੰਬੂ ਸਾਹਿਬ ਜਿੱਥੇ ਗੁਰਦੁਆਰਾ ਹੋ ਰਿਹਾ। ਆਈ ਫੌਜ, ਖਦਰਾਣਾ ਢਾਬਾਦੀ ਖਦਰਾਣਾ, ਉਹ ਝਾੜੀਆਂ ਬੁੱਝੇ ਟਾਹਲੀਆਂ, ਬੜਾ ਕੋ ਪਾਣੀ ਵੀ ਸੀ। ਗੁਰਸਿੱਖਾਂ ਨੇ ਘੇਰਾ ਪਾ ਲਿਆ। ਜਦੋਂ ਫੌਜ ਆਈ ਇੱਕਦਮ ਫਾਇਰ ਮਾਰ ਕੇ ਲੱਦ ਕੇ ਛੱਡਤੀ, ਬੜਾ ਨੁਕਸਾਨ ਕਰਤਾ, ਠਠੰਬਰ ਗਏ। ਕਲਗੀਧਰ ਨੇ ਦੇਖਿਆ ਫੌਜ ਤੋਂ ਸਾਡੇ ਨਾਲ ਜੰਗ ਕਰਨ ਆਈ ਸੀ, ਇਹ ਕਿੰਨੇ ਰੋਕ ਲ ਮੁਕਾਬਲਾ ਕੌਣ ਕਰਦਾ? ਅੰਤਰਜਾਮੀ ਜਾਣੇ ਜਹਾਨ ਸ਼ੁਰੂ ਕਰਤੇ ਤੀਰ ਚਲਾਣੇ। 1 2 3 4 5 ਸਿੱਟੀ ਜਾਂਦੇ, ਇੱਕ ਤੀਰ ਨਾਲ ਸਿੱਟੀ ਜਾਂਦੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਆ ਫਿਰਦਾ ਵਜੀਦਾ ਰਾਜਾ, ਸੱਜੇ ਖੱਬੇ ਭਾਣ ਚ ਭਤੀਜਾ ਲਾਇਆ ਹੋਏ ਨੇ, ਆਪਣੀ ਜਿੰਦ ਬਚਾਉਣ ਵਜੀਦੇ ਨੇ। ਮਹਾਰਾਜ ਨੇ ਤਾਂ ਕੋਈ 2 ਤੀਰ ਸਿੰਨ ਲਏ, ਭਤੀਜਾ ਭਾਣਜਾ ਖਤਮ ਕਰਤਾ। ਇੱਕ ਹੋਰ ਚਲਾਇਆ, ਕੂਲਾ ਜਾਂ ਕੁਲਾ ਟੋਪੀ ਜੀ ਦਿੰਦੇ, ਪੱਗ ਜੀ ਬਣ ਕੇ ਕੂਲਾ ਜਾਂ ਟੋਪੀ ਜੀ, ਉਹ ਮਹਾਰਾਜ ਨੇ ਸਿੱਟਦੀ। ਇਹ ਤਾਂ ਧਰਤੀ ਬੇਲ ਦੇ ਨਿਗਰਨ ਹੋ ਗਏ, ਮਰ ਗਏ ਬੌੜੀਆਂ। ਫਿਰ ਇਹ ਆਖਣ ਲੱਗਾ ਵੀ
फौज काम नहीं हो रही, मेरी फौज बहुत मर गई, बहुत बुरा हाल हो गया। मेरे प्यासी का पूरा रजवाड़ा से नाल लिया होया, कहते पानी 10, वो कहते टाला अगे 30 कोहां ते पिछा सरां दे 10 कोह है, 10 कोहां ते मिल जाओ। ये तो जख्मियां जोखमियां नूं भी छड़ के भज गया। पहला कहता सी कपूरिया मेरे बड़े बड़े जरनैल मर गए, मेरे अहुदेदार मर गए, मैं दफनाना है। जदों कलगीधर दा तीर आया बल्ले बल्ले कहते तैनूं ना थोड़ा भज गए, पूरी हार होई। सो अज माघ दे महीने की संगरांद है, उन्हां कुरबानी वाले गुरसिखां दा मुकाबला होया। उन्हां दे आहूला थे माता भाग कौर नूं भी इन्हें कहता कहता अफसर जा मारता, नेजे बाजे जख्मी करके बेसुरजी करके सिट दे पई है झाड़ा बिच। इधर सीधी जामा पैर के रब दे प्यारे जंगी सूर में गए रूहां, सचखंड दे बूहे बंद हो गए। वो कहते गल की है, असीं धर्म की जंग लड़ी है, आपां मारिया शरीर लाहे। कहते लिख विच तुसीं बेदखल हो, टुटी टुट गई तुहाडी सिੱਖੀ, खारज हो। जदों मां सिंह दी दर्शन दे सिੱਖ बाली बाला पिया देख महाराज यकदम जोड़ा पाना ही भुल गए, रकाब च पैर टुट गई, रकाब सा बनया। बहुत छेती आए अगे गुरसिख सीध चेहरे मूहरे चुलदे पल्ले साफ करते हुए 5000 दा करते आए। मां सिंह छान नहीं हुआ, गोली सिखा बड़ा बरूद लगे होया, बहुत ज्यादा ही सैकदा है। हौली हौली श्वास वगदे जदों कलगीधर जी ने रुमाल नाल चेहरा पहुंचा, चेतनता आ गई। महाराज ने गोद विच लै ले, भाई मान सिंह साडी खुशी बहुत वड्डी है, असीं मुर्दियां विच जान पा दिंदे हैं, असीं तोड़दे नूं समेर बना दिंदे हैं। 43,20,000 बड़ा 4 युगां की उम्र दे दी है। कहते महाराज की करना, मैं स्वर्ग का इंद्र बना दिया, मैं की करना। जे तुठे हो प्रसन्न होए हो, जे बड़े दाते हो बड़ी दात दे दो। कहते मंगता सही मारा सच्चे पातशाह, कैर बन के कैर जे बेदा वाले के मारा कृपा करो, मेहर करो, मेहर भी चाहो, गंढो देश नूं, जिहड़ा अबदावे दा कागज पाड़ो। वो कहते तू अपनी मुक्त करा लै, उन्हां नाल तैनूं की ना करते। हमारा खुश हो गए, दिखा के टूटी गंढ हर सर्वजी आपे प्रतपाल। अज महान खुशी है, कलगीधर सहन छपी तो महा 40 मुक्तियां दी टूटी गंढी है। आपां भी जेकर बहुत खुशी दा कलगीधर दी बसंत दा तिहाड़ा है, आपां भी जे सिੱਖੀ तो टुट गए किते ककार लाते, और कोई करैत कर बैठे, कोई भुल हो गई बख्शा लिए। इसे थां 24 तरीक
4 ਮਾਘ 12 ਮਾਘ ਦਿਨ ਐਤਵਾਰ ਨੂੰ ਕਲਗੀਧਰ ਦੇ ਗੁਰਪੁਰਬ ਦੇ ਨੇੜੇ ਹੀ ਐਤਵਾਰ ਨੂੰ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ। ਜਿਹੜੇ ਨਿਗਰੇ ਫਿਰਦੇ ਨਿਗਰੇ ਹਾਲੇ 11 ਮਾਘ ਹੈ, 24 ਤਰੀਕ ਹੈ। ਦਿਨਾਂ ਤਰੀਕਾਂ ਨੂੰ ਜ਼ਿਆਦਾ ਯਾਦ ਹੋਵੇ, 24 ਤਰੀਕ ਹੈ ਆ ਮਹੀਨੇ ਦੀ। ਜਿਹੜੇ ਬਿਲਕੁਲ ਟੁੱਟੇ ਪਏ ਨਿਗਰੇ ਹਨ ਉਹ ਵੀ ਧਰਸਵਾਨ ਹੋ, ਆਪਣਾ ਭਲਾ ਕਰੋ। ਕਲਗੀਧਰ ਦੀ ਖੁਸ਼ੀ ਲਈਏ, ਅੰਮ੍ਰਿਤ ਲੈ ਕੇ ਸਿੱਖੀ ਜਮਾਤ ਵਿੱਚ ਆਈਏ। ਕੁਛ ਮਨੁੱਖ ਸਰੀਰ ਹੈ, ਇਹਦੇ ਮੁੱਖ ਕਲਿਆਣ ਹੋ ਸਕਦੀ ਹੈ। ਰੱਬ ਦੀ ਖੁਸ਼ੀ ਕਲਗੀਧਰ ਪਰਮਾਤਮਾ ਹੀ ਲੈ ਸਕਦੇ ਹਾਂ। ਜਿਹਨਾਂ ਦਾ ਕੋਈ ਮਨ ਬਣਿਆ ਹੈ, ਸਦਾਈ ਕਰਾਉਣੀ, ਅੰਮ੍ਰਿਤ ਦੀ ਦਾਤ ਲੈਣੀ ਹੈ। ਦਰਬਾਰ ਸਾਹਿਬ ਦੇ ਕੋਲ ਜੋ ਪਹਿਰੇਦਾਰ ਹਨ ਉੱਥੇ ਨਾਮ ਲਿਖਾ ਲਓ, ਨਹੀਂ ਹੌਲੀ ਹੌਲੀ ਮਨ ਬਣਾਓ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਹੜੀ ਜੀ ਤੇ ਦਇਆ ਕਰਨੀ ਹੈ, ਜੀ ਤੇ ਦਇਆ, ਇਹ 68 ਤੀਰਥਾਂ ਦੇ ਇਸ਼ਨਾਨ ਕਰਨ ਨਾਲੋਂ ਵੀ ਵੱਡੀ ਹੈ। 68 ਤੀਰਥ ਵੀ ਕਾਂਤੀ ਕੁੰਤੀ ਗੰਗਾ ਜਮਨਾ ਪ੍ਰਾਗ ਜਿੰਨੇ ਵੀ ਹਨ 68 ਤੀਰਥ ਮੰਨੇ ਹੈ। ਉਹ ਦਇਆ ਕਰਨ ਵਾਲੇ ਦੇ ਰੱਬ ਦੇ ਪੈਰਾਂ 'ਚ ਧੂੜ ਮੰਗਦੇ ਹੋ ਤਾਂ ਦੀ ਦਇਆ ਪ੍ਰਵਾਨ। ਪ੍ਰਵਾਨ ਨੇਕ ਹੈ ਜਿਹੜਾ ਦਇਆ ਕਰਦਾ ਹੈ। ਦਇਆ ਜਿਵੇਂ ਯੁਧਿਸ਼ਟਰ ਹੋਇਆ, ਕ੍ਰਿਸ਼ਨ ਭਗਵਾਨ ਬੜਾ ਸਤਿਕਾਰ ਦਾ ਆਇਆ ਕਰੇ, ਆਓ ਰਾਜਾਨ, ਆਓ ਯੁਧਿਸ਼ਟਰ ਰਾਜਾ ਆਓ ਜੀ। ਕਹਿੰਦੇ ਮੈਨੂੰ ਭਗਤ ਕਿਉਂ ਨਹੀਂ ਕਹਿੰਦੇ ਤੁਸੀਂ? ਇਹ ਭਗਤ ਕਹਾਉਣ ਦੀ ਇੱਛਾ ਸੀ ਇਹਨੂੰ ਵੀ। ਇੱਕ ਦਿਨ ਸ਼ਿਕਾਰ ਚਲਾ ਗਿਆ, ਭੇਲਾਂ ਦੀ ਲੜਕੀ ਸੀ ਵਿਚਾਰੀ, ਲੱਕੜਾਂ ਹੋਰ ਗੋਹੇ ਚੁਣਦੀ ਸੀ। ਉਹ ਬੱਚੇ ਨੂੰ ਪਰਸੁੱਤਾ ਭਾਅ ਵਾਲੀ ਹੋ ਗਈ, ਰੋਂਦੀ ਹੈ। ਕਹਿੰਦੇ ਬੀਬੀ ਕੀ ਹੋ ਗਿਆ? ਕਹਿੰਦੇ ਅਸੀਂ ਪੁਰ ਲੋਕ ਹੈ, ਆ ਗਏ ਪਰਸੁੱਤਾ ਭਾਵ ਹੈ। ਕਹਿੰਦੇ ਬੇਟਾ ਜੇ ਤੂੰ ਆਖੇ ਮੈਂ ਅੱਖਾਂ ਤੇ ਪੱਟੀ ਬੰਨ੍ਹ ਕੇ ਦਾਈ ਦਾ ਕੰਮ ਕਰ ਲਵਾਂ, ਇੰਨਾ ਕੀਤਾ। ਜਦੋਂ ਕ੍ਰਿਸ਼ਨ ਮਿਲਿਆ, ਆਓ ਭਗਤ ਜੀ, ਕਹਿੰਦੇ ਅੱਜ ਕਿਵੇਂ ਕਹਿਤਾ? ਕਹਿੰਦੇ ਅੱਜ ਤੂੰ ਦਇਆ ਕੀਤੀ। ਦਇਆ ਤਾਂ ਆਖਿਆ ਦਇਆ ਬਹੁਤ ਵੱਡੀ ਚੀਜ਼ ਹੈ। ਜਿਵੇਂ ਰਹਿਵਾ ਕੁੜੀ ਹੋਈ ਰਹਿਵਾ, ਉਹਨਾਂ ਦੇ ਮਸਲੇ ਵਿੱਚ ਆਉਂਦੀ ਇਹ ਗੱਲ। ਇਹ ਇੱਕ ਰਾਜੇ ਦੀ ਬੇਟੀ ਸੀ, ਦੂਜੇ ਰਾਜੇ ਨੇ ਹੱਲਾ ਕੀਤਾ ਹਮਲਾਵਰ ਹੋ ਕੇ, ਇਹਦਾ ਪਿਓ ਮਾਰਿਆ ਗਿਆ। ਮਾਂ ਬੂਈ ਪਤਾ ਨਹੀਂ ਕੀ ਹਾਰ ਹੋ ਗਈ ਇਹਨਾਂ ਦੀ। ਜਿਹੜੀ ਰਹਿਵਾ ਦੀ ਪਾਲਣਾ ਸੀ, ਸੰਭਾਲਕ ਦਾਸੀ ਸੀ, ਉਹ ਲੈ ਕੇ ਭੱਜ ਗਈ। ਪਾਲ ਲਈ ਉਹਨੇ ਬੜੇ ਪ੍ਰੇਮ ਨਾਲ ਕੁੜੀ ਵਾਂਗ ਪਾਲੀ। ਜਦੋਂ ਹੁਸਨ ਨੌ ਰਾਜ ਬੱਚੀ ਹੈ, ਉਹ ਲਾਲਚ ਜਾ ਗਈ। ਇੱਕ ਬੇਸਵਾ ਕੋਲ 500 ਰੁਪਏ ਵੀ ਵੇਚਤੇ ਉਹਨੇ। ਇੱਕ ਸਾਹੂਕਾਰ ਹੈ, ਇਹਨਾਂ ਦਾ ਕੰਮ ਇਹੀ ਮਾਇਆ ਧਾਰੀਆਂ ਦਾ ਕੰਮ ਕਰੋ ਦੇ ਖਾਦੇ ਹੁੰਦੇ ਹੈ। ਉਹ ਵਕਾਰ ਨਿਗਾਹ ਰੱਖ ਕੇ ਆ ਗਿਆ। ਜਦੋਂ ਵਕਾਰ ਨਿਗਾਹ ਰੱਖ ਕੇ ਅੰਦਰ ਨੂੰ ਗਿਆ ਨਾ, ਉਹਨੂੰ ਸ਼ੇਰਨੀ ਦਿਸੀ। ਸ਼ੇਰਨੀ ਝਪਟ ਕਰਨੀ, ਅੱਜ ਝਪਟ, ਯਕਦਮ ਡਰ ਕੇ ਭੱਜਿਆ। ਫੇਰ ਜਦੋਂ ਠੀਕ ਨਿਗਾਹ, ਵਕਾਰ ਨਿਗਾਹ ਛੱਡ ਕੇ ਗਿਆ, ਉਹ ਦੇਵਤ ਨੇ ਦੇ, ਕਹਿੰਦੇ ਤਾਂ ਦੇਵਤੀ ਨੇ ਬੱਲੇ ਬੱਲੇ ਕੀਤਾ, ਇਹ ਤਾਂ ਦੇਵਤੀ ਹੈ ਕੋਈ। ਉਹਨੂੰ ਪੈਸੇ ਦੇ ਕੇ ਛਡਾ ਲੈ ਗਿਆ। ਬੇਟਾ ਤੂੰ ਧਰਮ ਦੀ ਧੀ ਹੈ, ਗੋਲੀ ਨਹੀਂ। ਜੋ ਕੋਈ ਯਾਤਰਾ ਕਰਨੇ ਜਿੱਥੇ ਜਾ ਸਕਦੀ ਹੈ ਬੇਟਾ। ਕਹਿੰਦੇ ਅੱਬਾ ਮੈਂ
ਸਾਡੇ ਮੱਚ ਮੱਕੇ ਨੂੰ ਚੰਗੇ ਬਣਦੇ ਆ। ਖਰਚ ਪਰ ਖੁੱਲਾ ਦੇਤਾ, ਚਲੀ ਗਈ। ਕਰ ਲਿਆ ਸਫਰ, ਰਾਤ ਦਿਨ ਕਰਦੀ ਚਲੀ ਗਈ। ਅੱਗੇ 60 ਕੋਹ ਰਹਿ ਗਿਆ ਮੱਕਾ। ਉਦੋਂ ਕਾਬਾ ਮੰਦਰ ਹੈ, ਮੱਕਾ ਸ਼ਹਿਰ ਹੈ। ਜਾਂਦੀ ਜਾਂਦੀ ਨੂੰ ਅੱਗੇ ਕੀ ਵੇਖਿਆ? ਜੇਠ ਦੀ ਰੁੱਤ ਹੈ, ਕੁੱਤੀ ਪਿਆਸੀ, ਕਤੂਰੇ ਬਹੁਤ ਘਬਰਾਏ ਹੋਏ ਹਨ। ਇਸ ਬੀਬੀ ਨੇ ਨਾ ਲੱਜ ਨਾ ਡੋਲ, ਕੁਝ ਵੀ ਨਹੀਂ ਸੀ। ਕਹਿੰਦੇ ਕਿਵੇਂ ਕਰੀਏ? ਸੋਚਿਆ ਵਿਚਾਰਿਆ। ਕੇਸ ਬੀਬੀ ਦੇ ਬੜੇ ਲੰਮੇ ਸੀ, ਪੁੱਟ ਪੁੱਟ ਕੇ ਰੱਸੀ ਬਣੀ। ਰੱਸੀ ਬਣਾ ਕੇ ਨਾ ਚਾਦਰ ਸੀ, ਉਹਦੇ 4 ਟੁਕੜੇ ਆ ਚੁੰਨੀ ਬੰਨ੍ਹ ਲਈ। ਬਾਤਰ ਪਾਣੀ ਪੀਏ ਲੈਂਦਾ, ਹੱਥਾਂ ਤੇ ਕੁੱਤੀ ਨੂੰ ਪਿਲਾਇਆ। ਕੁੱਤੇ ਨੂੰ ਅੱਕ ਗਈ, ਥੱਕ ਗਈ ਵਿਚਾਰੀ। ਹੇ ਖੁਦਾ, ਮੈਨੂੰ ਇੱਥੋਂ ਦਰਸ਼ਨ ਦੇ ਦੇ। ਖੁਦਾ, ਮੈਨੂੰ ਦਰਸ਼ਨ ਇੱਥੋਂ ਦੇ ਦੇ, ਮੈਂ ਥੱਕ ਗਈ। ਆਪ ਜੋ ਮੰਦਰ ਹੈ, ਮੰਦਰ ਉਹ ਆ ਗਿਆ ਦੇ ਕੋਲ। ਉਸੇ ਦਿਨ ਇਹਨਾਂ ਦਾ ਰਹਿਬਰ ਮੁਹੰਮਦ ਪੀਰ, ਉਹ ਮੱਕੇ ਦੀ ਯਾਤਰਾ ਕਰਨ ਆਇਆ। ਉੱਥੇ ਕਾਬਾ ਮੰਦਰ ਹੈ ਨਹੀਂ। ਮਜੂਰਾਂ ਨੂੰ ਪੁੱਛਿਆ, ਉਹ ਕਹਿੰਦੇ ਕੋਈ ਬੀਬੀ ਹੈ, ਉਹ ਥੱਕ ਗਈ, ਉਹਨੂੰ ਦਰਸ਼ਨ ਦੇਣ ਗਏ। ਕਹਿੰਦੇ ਥੱਕ ਬੱਲੇ ਬੱਲੇ, ਮੇਰੇ ਵਰਗੇ ਪੀਰ ਇੱਥੇ ਮਿਲਦੇ ਆ, ਕਾਬਾ ਦਰਸ਼ਨ ਥੱਕੇ ਨਹੀਂ। ਉਹ ਕੋਈ ਧਰਮੱਗ ਹੈ, ਕੋਈ ਕਰਨੇ ਵਾਲੀ ਹੈ। ਆ ਗਿਆ ਬੀਬੀ ਦੇ ਆਲੇ ਦੁਆਲੇ ਖੂਨ ਖਾਰ ਵਿਰੋਧੀ ਜਾਨਵਰ, ਸਭ ਮੋਰ ਆਦ ਵਿਰੋਧੀ ਜੇ ਆਲੇ ਦੁਆਲੇ ਬੈਠੇ ਖੜੇ ਆ। ਜਦੋਂ ਆਇਆ ਮੁਹੰਮਦ, ਸਾਰੇ ਭੱਜ ਗਏ ਸੱਜੇ ਖੱਬੇ। ਉਹ ਕਹਿੰਦੇ ਬੀਬੀ, ਇਹ ਜਾਨਵਰ ਕਿਉਂ ਭੱਜ ਗਏ ਤੇਰੇ ਕੋਲ? ਮੈਂ ਕਿਸੇ ਨੂੰ ਕੋਈ ਕਹਿੰਦੇ ਨਹੀਂ, ਮੈਂ ਕਦੇ ਆਂਡਾ ਮਾਰ, ਤੁਸੀਂ ਜਾਨਵਰ ਮਾਰਦੇ ਹੋ, ਬੈਰੀ ਹੋ ਤੁਸੀਂ, ਮਾਸਾਹਾਰੀ ਹੋ, ਤਾਂ ਕਰਕੇ ਤੁਹਾਤੋਂ ਡਰ ਕੇ ਭੱਜ ਗਏ। ਲੋ ਸਿਰ ਕੀ शोभा दूर कर, चिन्ह आत्मराम, 60 कोस मक्का मिलो, देख दया के काम, दया दे के रह बांधी। 60 कोहां ते आके ਇਹ ਹੈ ਦੇਖ ਲਓ। ਕਤੂਰਿਆਂ ਨੂੰ, ਕੁੱਤੀ ਨੂੰ ਪਾਣੀ ਪਿਲਾਇਆ, ਦਇਆ ਕੀਤੀ ਹੈ। ਦੇਖ ਲਓ ਦਰਸ਼ਨ ਦੇ ਤੇ ਮੁਹੰਮਦ ਰਹਿਬ ਨੇ ਨਮਸਕਾਰ ਕੀਤੀ, ਦਇਆ ਦੇ ਕੰਮ। ਕੋਈ ਚੰਗਾ ਸਾਧੂ ਜੀ ਰੱਬ ਦਾ ਪਿਆਰਾ, ਕਈ ਉਹਦੇ ਕੋਲ ਚੇਲੇ ਬਣ ਵਾਸਤੇ ਆਏ, ਕਸਬੱਟੀ ਵੀ ਪੂਰੇ ਨਹੀਂ ਉਤਰੇ। ਇੱਕ ਹੋਰ ਆ ਗਿਆ, ਰਹਿਣ ਲੱਗ ਪਿਆ, ਆਖਣ ਲੱਗਾ ਜੀ ਮੈਨੂੰ ਉਪਦੇਸ਼ ਦੇ ਦਿਓ। ਉਹ ਕਹਿੰਦੇ ਉਵੇਂ ਲੱਗਦਾ ਗਲੋਂ ਗੁਲਾਵਾਂ ਜਿਹਾ ਲਾਹੀ ਹੈ। ਕਹਿੰਦੇ ਇਉਂ ਕਰ ਬਈ, ਆਹ ਬਾਂਸ ਦੀ ਸੋਟੀ ਲੈ ਜਾ, 68 ਤੀਰਥਾਂ ਤੇ ਇਸ਼ਨਾਨ ਕਰ, ਇਹਦਾ ਕਰਾ, ਜਦੋਂ ਲੱਗਣਾ ਫੁੱਟੀਆਂ ਹਰੀ ਹੋ ਗਈ, ਉਹਦਾ ਉਪਦੇਸ਼ ਦੇ ਦਿਆਂਗੇ। ਵਿਚਾਰਾ ਲੈ ਕੇ ਚੱਲ ਪਿਆ। ਹਾਲੇ ਪਹਿਲਾਂ ਹੀ ਪੜਾ ਕੀਤਾ ਹੈ। ਬਾਹਰ ਬੈਠਿਆ ਸੀ, ਪੈਣੇ ਲੱਗਿਆ ਸੀ। 4 ਚੋਰ ਅੱਗ ਲਾ ਕੇ ਪਿੰਡ ਨੂੰ ਲੁੱਟਣ ਨੂੰ, ਮਾਰਨ ਨੂੰ ਸਲਾਹ ਕਰਦੇ। ਇਹਨੂੰ ਅੱਗ ਲਾਈਏ, ਲੁੱਟੀਏ, ਸਲਾਹ ਕਰਦੇ ਸੀ। ਇਹਨਾਂ ਆਖਿਆ ਬੱਲੇ ਬੱਲੇ ਬਾਈ, ਪਿੰਡ ਦਾ ਨੁਕਸਾਨ ਲੁੱਟਣਾ, ਪਸ਼ੂ ਬੜੇ ਨੁਕਸਾਨ ਹੋ ਜਾਊ, ਬਹੁਤ ਜਾਨੀ ਨੁਕਸਾਨ ਹੋ ਜਾਣਾ। ਚੋਰਾਂ ਤੇ ਪੈਰ ਇਹ ਹੁੰਦੇ, ਇਹਨਾਂ ਤਗੜਾ ਹੋ ਕੇ ਕੰਮ ਕਰ ਸਕਦੇ। 4 ਚੋਰ ਮਾਰ ਕੇ ਸਿੱਟ ਦਿੱਤੇ। ਸਰਾਂ ਦੇ ਹੇਠਾਂ ਸੋਟੀ ਰੱਖ ਕੇ ਪੈ ਗਿਆ। ਉਹ ਪੁੰਗ ਰਹੀ, ਹਰੀ ਹੋ ਗਈ, ਲੱਗ ਰਹਾ। ਮੁੜ ਕੇ ਆ ਗਿਆ। ਲੋ ਮਹਾਂਪੁਰਖੋ,
ਮੈਂ 60 ਤੀਰਥਾਂ ਤੇ ਇਸ਼ਨਾਨ ਕਰਾਉਣ ਦੀ ਬਜਾਏ ਸਗੋਂ ਪਾਪ ਕੀਤਾ 4 ਮਾਰੇ ਹੈ। ਇਹ ਹਰਿਗੁਰੂ ਕਹਿੰਦੇ 60 ਤੀਰਥਾਂ ਦੀ ਯਾਤਰਾ ਕਰਨ ਤੋਂ ਛੋਟੇ ਨੇ ਹਰਾਉਣ ਦੀ ਤੋਂ ਦਇਆ ਕੀਤੀ ਹੈ। ਜਿਵੇਂ ਪੁਰਾਤਨ ਗੁਰਸਿੱਖਾਂ ਨੇ ਜਨਰਲ ਬਹਾਦਰ ਨੇ ਭਾਈ ਤਾਰੂ ਸਿੰਘ ਜੀ ਪ੍ਰਸਾਦਾ ਲੈ ਕੇ ਆ ਗਏ। ਦਸਈ ਬਲੋ ਦੇ ਹੈੱਡ ਤੇ ਜਰਵਾਣੇ ਗਜਨੀ ਸਾਹਿਬ ਨੂੰ ਹਿੰਦੂ ਘਰਾਣੇ ਦੀਆਂ ਲੜਕੀਆਂ, ਬੜੇ ਬੜੇ ਰਾਜਿਆਂ ਦੀਆਂ ਲੜਕੀਆਂ, ਨਾ ਪਤੀ ਛਡਾ ਸਕਦੇ, ਰਾਜੇ ਰਜਵਾੜੇ ਵੀ ਨਹੀਂ ਛਡਾ ਸਕਦੇ। ਕਹਿੰਦੇ ਪ੍ਰਸਾਦੇ ਹੱਥਾਂ ਤੇ ਰੱਖੇ ਲਾਤੇ, ਜੇ ਜਿਉਂਦੇ ਰਹਿ ਗਏ ਫਿਰ ਆ ਕੇ ਛਕਾਂਗੇ। ਵੱਡੇ ਵਾਹ ਗੱਡੇ ਲਿਆਉਂਦੇ। ਚੰਬੇਵਾਲ ਦੀ ਘੋੜੀ ਬਹੁਤ ਸੁੰਦਰ ਸੀ। ਬਾਬਾ ਦੀਪ ਸਿੰਘ ਕਹਿੰਦੇ ਕੋਈ ਸਿੰਘ ਕੋਈ ਇਸੇ ਲਵਾਈ ਮਾਨ ਕੋਈ ਉਲਟੀ ਗੱਲ ਨਾ ਹੋ ਜਾਏ, ਸਿੰਘ ਨੂੰ ਦਾਗ ਨਾ ਲੱਗ ਜਾਏ। ਆਪ ਛੱਡ ਕੇ ਆਇਆ ਸੀ, ਘਰੋਂ ਘਰੀ ਪਹੁੰਚਾਉਂਦੇ ਸੀ। ਇਹ ਦਇਆ ਉਹ ਆਪਣੇ ਆਪ ਤੇ ਵੀ ਕਰ ਲਈਏ ਆਪਾਂ। ਸਾਡਾ ਜੀਵ ਆਤਮਾ 184 ਜੂਨ ਦਾ ਜੇਦੀ ਹੈ, ਕੈਦੀ ਹੈ, ਜਾਣੀ ਮਰੀ ਜਾਂਦਾ ਹੈ। ਇਸ ਨੂੰ ਸੱਚੇ ਮਾਰਗ ਵਾਸਤੇ ਲਾ ਕੇ ਭਉ ਭਗਤੀ ਕਰਕੇ ਵਧੀਆ ਦਾਤਾਂ ਛਕ ਕੇ ਰਹਿਤ ਵਹਿਤ ਰੱਖ ਕੇ ਦਇਆ ਕਰ ਲਈਏ। ਮੌਕਾ ਹੈ ਮਨੁੱਖ ਸਰੀਰ ਵਿੱਚ ਇਹ ਸੁਤੰਤਰ ਹੋ ਸਕਦਾ ਹੈ, ਇਹ ਕਲਿਆਣ ਨੂੰ ਪ੍ਰਾਪਤ ਹੋ ਸਕਦਾ। ਆਪਾਂ ਵਿਚਾਰ ਲਈਏ, ਸੋਚ ਲਈਏ, ਮਨੁੱਖ ਸਰੀਰ ਹੈ ਦੇ ਵਿੱਚ ਛੁਟਕਾਰਾ ਹੋ ਸਕਦਾ। ਸਾਡਾ ਆਤਮਾ ਪਰਮਾਤਮਾ ਨਾਲ ਮਿਲ ਸਕਦਾ ਹੈ, ਰੱਬ ਨਾਲ ਮਿਲ ਕੇ ਜਨਮ ਮਰਨ ਤੋਂ ਰਹਿਤ ਹੋ ਸਕਦਾ ਹੈ। ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਸੱਚੇ ਪਾਤਸ਼ਾਹ ਵਾਹਿਗੁਰੂ ਦਇਆ ਸੁਭਾਅ, ਮਿਹਰਬਾਨ ਸੁਭਾਅ, ਜਿਹਨੂੰ ਆਹ ਦਾਤਾਂ ਦੇ ਉਹੀ ਮਿਹਰਬਾਨ ਦਇਆ ਕਰਕੇ ਮਿਹਰਬਾਨ ਦੇ ਦਾਤਾਂ। ਸੋਈ ਸੁਗੜ ਸੁਜਾਨ, ਉਹ ਸੁਗੜ ਸ੍ਰੇਸ਼ਟ ਘਾੜਤਾਂ ਵਾਲਾ ਸੁਜਾਨ ਚਤੁਰ ਹੈ, ਬਹੁਤ ਵੱਡਾ ਹੈ। ਸੁਗੜ ਸਿਆਣ ਜਿਹਨੂੰ ਤਜਿਆ ਅਮਾਨ, ਸੁਗੜ ਸਿਆਣਾ ਹੈ। ਉਹ ਖੱਟ ਸ਼ਾਸਤਰੀ ਨਾਲੋਂ, ਮੁਕਤ ਗਿਆਨੀ ਨਾਲੋਂ, ਉੱਚੀ ਜਾਤੀ ਨਾਲੋਂ, ਧਨਾੜ ਨਾਲੋਂ ਵੀ ਉਹਨਾਂ ਤੇ ਉੱਚਾ ਹੈ। ਬੜੇ ਸਪੀਕਰ ਹੈ, ਬੜੇ ਵਕੀਲ ਹੈ, ਬੜੇ ਵਜ਼ੀਰ ਹੈ, ਬੜੇ ਫਿਲਾਸਫਰ, ਬੜੇ ਧਨੀ ਹਨ, ਪਰ ਉਹਨਾਂ ਤੋਂ ਪੜਿਆ ਮੂਰਖਾ ਚ ਲੱਭ ਲੋਭ ਹੰਕਾਰ ਹੈ। ਉਹ ਚਤੁਰ ਹੈ, ਸਿਆਣਾ ਹੈ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਮਿਹਰਬਾਨ ਮਿਹਰਬਾਨ ਮਿਹਰਬਾਨ, ਜਿਹਨੇ ਰਜੋ ਤਮੋ ਸੁਭਾਵ ਨੂੰ ਛੱਡ ਕੇ ਸਤੋ ਗੁਣ ਧਰਮ ਮਹੀਨਾ ਬਣਾਇਆ ਮੰਗਦਾ। ਮਿਹਰਬਾਨੀ ਸਾਧਨ ਕੀਤੇ, ਸਾਧਨ ਫਲ ਆਇਆ। ਮਿਹਰਬਾਨ ਮਿਹਰਬਾਨ ਮਿਹਰਬਾਨ, ਰੱਬ ਸਕਿਆਤ ਹੋ ਗਿਆ, ਪ੍ਰਗਟ ਹੋ ਗਿਆ। ਮਿਹਰਬਾਨਗੀ ਕੀਤੀ, ਉਹ ਸਾਰਾ ਤੇ ਸੁੱਚੇ ਹੈ, ਪਵਿੱਤਰ ਹੈ। ਉਹਨਾਂ ਦੇ ਚਰਨ ਧੋਣ ਤਾਂ ਗੰਗਾ ਸਰਾਤੀ ਆਦਿ ਸਾਰੇ ਤੀਰਥ ਵੀ ਚਾਹੁੰਦੇ ਹਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣਾ ਬਣਾਇਆ, ਆਪਣਾ ਸਮਝਿਆ। ਅਸਲੀਅਤ ਵਿੱਚ ਵਿਚਾਰ ਦੇਖੀਏ ਨਾ, ਜੇ ਆਪਣੇ ਹੈ ਆਪਣੇ ਤਾਂ ਪਰਮਾਤਮਾ ਹੀ ਹਨ। ਕੌਣ ਜੋੜ ਕੌਣ ਕਰਦਾ ਆਵਾਜ਼? ਇਹ ਆਵਾਜ਼ ਬਾਹਰ ਆ ਰਹੀ ਹੈ। ਪਾਠ ਪੰਗਤੀ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣਾ ਬਣਾਇਆ ਹੈ। ਦੁੱਖ ਵਿੱਚ ਦੇਖੋ, ਸਕੇ ਭੈਣ ਭਰਾ ਦਵਾ ਨੂੰ ਦੇ ਨਹੀਂ। ਅਸਲੀ ਹੈ ਤਾਂ ਆਪਣਾ ਦੁੱਖ ਪਤਾ ਲੱਗਦਾ ਹੈ। ਮਹਾਰਾ ਹੁਣ ਤਾਂ ਤੂੰ ਹੀ ਹੈ ਸਾਡਾ, ਛੱਡ ਖੜੋ ਤੇ ਖੇਣਾ ਬਾਹੇ,
ਸੱਜੇ ਖੱਬੇ ਹੋ ਗਏ, ਮੜ ਲੋ ਅੱਗੇ ਹਾਂ ਸਕੇਲਾ ਹੀ ਹੈ। ਆਪਣਾ ਬਣਾ ਲਈਏ, ਆਪਣਾ ਬਣੀਏ। ਕਈ ਆਪ ਬਣ ਰਹੇ, ਆਪ ਕੰਨਾ ਵਾਟੀ ਕੁਰ ਕਰਦੇ ਆ, ਚਨਾਬ ਦਿੰਦੇ ਆ। ਬਹੁਤ ਜੋ ਕਿ ਮਾਲ ਬੜਾ ਲੁੱਟ ਟੇਰਾ ਜਿਹਾ ਕਰ ਰਹੇ ਆ। ਜਿਵੇਂ ਫਰੋਡ ਵਧਾਈ ਕੇ ਸੀ, ਇੱਕ ਮੰਗ ਮੰਗ ਕੇ ਖਾਂਦਾ ਸੀ। ਉਹ ਕੁਝ ਇਹ ਜਿਹੀ ਠੇਕੇਦਾਰੀ ਕਰ ਲਈ, ਬਸ ਤੁਹਾਨੂੰ ਜ਼ਾਬਤਾ ਬਣਨ ਦੀ ਲੋੜ ਨਹੀਂ, ਮੈਂ ਤੁਹਾਡੀ ਕਲਿਆਣ ਕਰਾਂਗਾ। ਮਾਇਆ ਦੀ ਇੱਛਾ ਰੱਖ ਕੇ ਮਰ ਗਿਆ। ਜਿਹਨਾਂ ਤੋਂ ਖਾਂਦਾ ਸੀ ਉਹ ਫਿਰ ਕਿਰਮ ਪੈ ਗਏ। ਜਿਵੇਂ ਪੱਕੀ ਫੁੱਟ ਹੁੰਦੀ ਹੈ ਖਰਬੂਜਾ। ਸ਼ਹਿਨਸ਼ਾਹ ਪਿਤਾ ਜੀ ਉਸ ਇਲਾਕੇ ਵਿੱਚੋਂ ਆ ਰਹੇ ਸੀ, ਕੁਰੂਕਸ਼ੇਤਰ ਤੋਂ ਆ ਰਿਹਾ, ਬਹੁਤ ਮੋਟਾ ਜਿਹਾ ਸੱਪ। ਬਿਧੀ ਚੰਦ ਕਹਿੰਦੇ, ਉਹ ਕਹਿੰਦੇ ਤੁਹਾਡੇ ਮਾਰਨ ਜੋਗਾ ਨਹੀਂ, ਤੁਹਾਡਾ ਮਾਰੋਗੇ ਇਹਦਾ ਕੁਝ ਨਹੀਂ ਬਣਨਾ। ਮਹਾਰਾਜ ਘੋੜੇ ਦੇ ਹੇਠਾਂ ਉਤਰੇ, ਸੱਜੇ ਚਰਨ ਦਾ ਜੋੜੇ ਸਮੇਤ ਚੱਕਿਆ, ਫੁੱਟ ਗਿਆ, ਪਟ ਗਿਆ। ਨੇਰੇ ਕਿਰਮ ਨੇਰੇ ਨੇਰੇ। ਮਹਾਰਾਜ ਇਹ ਇੰਨਾ ਦੁਖੀ, ਆਹ ਕਿਹੜੇ ਹੀਰੇ? ਕਹਿੰਦੇ ਆਪੇ ਦੱਸੋ। ਪ੍ਰਕਾਸ਼ ਜਿਹਾ ਹੋਇਆ, ਕਹਿੰਦੇ ਮੈਂ ਜਾਮਣੀ ਲੈਂਦਾ ਸੀ, ਮੇਰੀ ਪੂਜਾ ਕਰੋ, ਮੈਂ ਮੁਕਤ ਕਰ ਦੇਂਗਾ, ਮੈਂ ਮੁਕਤ ਕਰਾਂਗਾ। ਇਸ ਤਰ੍ਹਾਂ ਆਪ ਨਾ ਕੁਝ ਬਣੀਏ, ਆਸਰਾ ਲਈਏ ਰੱਬ ਦਾ। ਪਖੰਡੀਆਂ ਡੰਬੀਆਂ ਮੜੀਆਂ ਮਸਾਣੀਆਂ ਗੁੱਗੇ ਪੇਰਾਂ ਨੂੰ ਛੱਡ ਕੇ ਉਹਦੇ ਬਣੀਏ। ਪ੍ਰਾਪਤ ਕਰਨ ਦਾ ਯਤਨ ਤਾਂ ਕਰੀਏ, ਜੇ ਨਾ ਪ੍ਰਾਪਤ ਹੋਇਆ ਅੱਗੇ ਬਾਅਦ ਤਾਂ ਕੋਈ ਸਾਡਾ ਬਣੂ ਪਰਲੋਕ ਤਾਂ ਸੁਧਰੂਗੀ, ਅੰਤ ਲਏਗਾ ਛਡਾਇਆ ਪਰਮਾਤਮਾ। ਨਾਨਕ ਤਿਨ ਕੁਰਬਾਨ। ਆਪਾਂ ਘੁੰਮਾ ਜਾਈਏ, ਜਿਨ੍ਹਾਂ ਨੂੰ ਪਰਮਾਤਮਾ ਸਖਿਆਤ ਹੋ ਗਿਆ ਉਹਨਾਂ ਮਹਾਂਪੁਰਖਾਂ ਤੋਂ। ਮਾਗ ਸੁੱਚੇ ਸੇ ਕਾਂਢੀਐ ਹੈ। ਸੱਚੇ ਸੁੱਚੇ ਪਵਿੱਤਰ ਉਹ ਕਹੀਦੇ ਹਨ। ਗੰਗਾ ਕ੍ਰਾਂਤੀ ਸਾਰਿਆਂ ਤੋਂ ਪਵਿੱਤਰ, ਤੀਰਥਾਂ ਤੋਂ ਪਵਿੱਤਰ, ਸਾਰਿਆਂ ਤੋਂ ਪਵਿੱਤਰ ਉਹ ਕਹੀਦੇ ਹਨ। ਜਿਨ ਪੂਰਾ ਗੁਰ ਮਿਹਰਬਾਨ। ਮਿਹਰਬਾਨ 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 ਮਿਹਰਬਾਨੀ ਕੀਤੀ ਜਿਨ੍ਹਾਂ ਨੂੰ ਮਿਲ ਗਿਆ, ਸੱਚੇ ਸੁੱਚੇ ਹਨ। ਆਪਾਂ ਵੀ ਪ੍ਰਯਤਨ ਕਰੀਏ, ਸਿੱਖੀ ਜਮਾਤ ਵਿੱਚ ਆਈਏ, ਭੁੱਲਾਂ ਚੁੱਕਾਂ ਦੇ ਖੇਮਾ ਕਰਾ ਲਈਏ। ਸੁਣਿਆ ਮੰਨਿਆ ਬੜਾ ਕੁਝ ਸਿਧਾਂਤ, ਦਇਆ ਤੇ ਕਾਮ ਕ੍ਰੋਧ ਬਲਾਵਾਂ ਤੋਂ ਬਚਣ ਵਾਸਤੇ ਬੜਾ ਕੁਝ ਆਇਆ। ਆਪਾਂ ਕਹਿਣ ਸੁਣ ਵਾਲੇ ਇਹਨਾਂ ਨੂੰ ਥਾਂ ਦਈਏ, ਹਿਰਦੇ ਵਸਾਈਏ। ਲੋਕ ਸੂਈ ਪਰ ਲੋਕ ਸੇਲੇ ਹੋਈਏ। ਇੰਨਾ ਹੀ ਬਾਈ ਮੰਡਲ ਗਾਦਰਾ ਬਾਹਰ ਧੁੰਦ ਜੀ ਹੈ। ਟਾਈਮ ਸਵੀਕਾਰ ਕਰਨਾ, ਹੋਈ ਤਰੁੱਟੀ ਦੀ ਖਿਮਾ ਕਰਨੀ। ਲੰਗਰ ਜਿਨ੍ਹਾਂ ਨੇ ਛਕ ਲਿਆ ਠੀਕ ਹੈ, ਨਹੀਂ ਤਾਂ ਤਾਜ਼ਾ ਤਾਜ਼ਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਜਿਨ੍ਹਾਂ ਦਾ ਮਨ ਬਣਿਆ ਉਤਸ਼ਾਹ ਦੇ ਨਾਲ ਖਾਓ। ਦਿਓ ਸੱਜਣ ਸਿਸੜੀਆਂ ਜੋ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।